ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਵਾਲ ਜਵਾਬ ਭਾਗ 23ਵਾਂ ਇਸ ਦੀ ਵਿਚਾਰ ਕਰਨੀ ਹੈ। ਹਰ ਇੱਕ ਭਾਗ ਦੇ ਵਿੱਚ ਕਰੀਬ 10 ਸਵਾਲ ਚੁਣੇ ਜਾਂਦੇ ਨੇ ਅਤੇ ਉਹਨਾਂ ਸਵਾਲਾਂ ਨੂੰ ਜਿੰਨਾ ਸੰਭਵ ਹੋ ਸਕੇ ਗੁਰਬਾਣੀ ਅਤੇ ਵਿਗਿਆਨ ਦੇ ਆਧਾਰ 'ਤੇ ਪਰਖ ਦੀ ਕਸਵੱਟੀ ਲਾ ਕੇ ਉਹਨਾਂ ਨੂੰ ਸੰਗਤਾਂ ਅੱਗੇ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਸੰਗਤਾਂ ਵੱਲੋਂ, ਸਰੋਤਿਆਂ, ਪਾਠਕਾਂ ਵੱਲੋਂ, ਅਤੇ ਬਹੁਤ ਸਾਰੇ ਸਵਾਲ ਆ ਰਹੇ ਨੇ। ਪਰ ਇੰਨੀ ਕੁ ਬੇਨਤੀ ਹੈ ਕਿ ਸਵਾਲ ਸਿੱਖ ਇਤਿਹਾਸ ਨਾਲ, ਸਿੱਖ ਫਿਲਾਸਫੀ ਨਾਲ ਅਤੇ ਗੁਰਬਾਣੀ ਨਾਲ ਸੰਬੰਧਿਤ ਹੋਣ। ਬਾਹਰ ਦੇ ਸਵਾਲਾਂ ਬਾਰੇ ਹੋਰ ਬਹੁਤ ਸਾਰੀਆਂ ਸਾਈਟਾਂ ਚੱਲ ਰਹੀਆਂ ਨੇ, ਤੁਸੀਂ ਉਹਨਾਂ ਥਾਵਾਂ ਤੋਂ ਉਹ ਗਿਆਨ ਲੈ ਸਕਦੇ ਹੋ। ਇੱਕੋ ਥਾਂ ਤੋਂ ਸਾਰੇ ਤਰ੍ਹਾਂ ਦਾ ਗਿਆਨ ਦੇਣਾ ਸੰਭਵ ਨਹੀਂ ਹੁੰਦਾ ਅਤੇ ਨਾ ਹੀ ਹਰ ਇੱਕ ਦੀ ਸਾਰੇ ਪੱਖਾਂ ਦੀ ਸਟੱਡੀ ਹੁੰਦੀ ਹੈ। ਸਾਰੇ ਪੱਖਾਂ ਦਾ ਮਾਹਰ ਕੋਈ ਬੰਦਾ ਸੰਭਵ ਨਹੀਂ ਹੋਣਾ। ਖੈਰ, ਆਪਾਂ ਅੱਜ ਸਵਾਲ ਨੰਬਰ 231 ਤੋਂ ਸ਼ੁਰੂ ਕਰਦੇ ਹਾਂ। ਇਹ ਹੈ ਡਾਕਟਰ ਵਰਿਆਮ ਸਿੰਘ ਭੇਵਾ, ਹਰਿਆਣੇ ਤੋਂ। ਇਹਨਾਂ ਨੇ ਸਵਾਲ ਕੀਤਾ, ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨੂੰ ਸਨਾਤਨੀ ਮੰਤ ਨਾਲ ਰਲਗੱਡ ਕਰਨ ਵਾਲੇ ਨਿਰਮਲ ਅਖਾੜੇ ਜਾਂ ਉਦਾਸੀਨ ਅਖਾੜਿਆਂ ਦਾ ਪਿਛੋਕੜ ਕੀ ਹੈ? ਗੁਰੂ ਪਿਆਰ ਵਾਲਿਓ, ਕਦੀ ਇਸ ਗੱਲ ਵੱਲ ਆਪਾਂ ਝਾਤੀ ਮਾਰ ਕੇ ਵੇਖੀਏ ਕਿ ਜਦੋਂ ਗੁਰੂ ਸਾਹਿਬ ਨੇ ਕੰਮ ਸ਼ੁਰੂ ਕੀਤਾ ਤੁਰੰਤ ਉਹਨਾਂ ਨੂੰ ਜੋ ਅੱਜ ਅਸੀਂ ਮਹਿਸੂਸ ਕਰਦੇ ਹਾਂ ਇਸ ਤਰ੍ਹਾਂ ਦਾ ਕੰਮ ਕਰਨ ਦੀ ਉਹਨਾਂ ਨੂੰ ਕੋਈ ਵੀ ਇਜਾਜ਼ਤ ਨਹੀਂ ਸੀ। ਉਹਨਾਂ ਨੂੰ ਸਾਰੇ ਪਾਸੇ ਵਿਰੋਧੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਸੰਗਤ ਵੀ, ਆਮ ਜਨਤਾ ਵੀ ਇੰਨੀ ਜਾਗਰੂਕ ਨਹੀਂ ਸੀ ਕਿ ਉਹਨਾਂ ਦੀਆਂ ਗੱਲਾਂ ਨੂੰ ਛੇਤੀ ਕੀਤੇ ਸਮਝ ਸਕਦੀ। ਅਤੇ ਉਹਨਾਂ ਨੂੰ ਮੁਸਲਮਾਨਾਂ ਨਾਲ ਤਾਂ ਜੰਗ ਲੱਗਿਆ ਹੋਇਆ ਅਤੇ ਉਹਨਾਂ ਦੇ ਵਿੱਚ ਸ਼ਾਮਲ ਹੋਣ ਦਾ ਤਾਂ ਸਵਾਲ ਹੀ ਨਹੀਂ ਹੈ। ਅਤੇ ਮੁਸਲਮਾਨ ਭਾਵੇਂ ਕਿੰਨਾ ਵੀ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਸੀ ਅਤੇ ਉਹਨਾਂ ਦੇ ਵਿੱਚੋਂ ਖੰਡੇ ਕੀ ਪਹੁਲ ਲੈ ਕੇ ਸਿੰਘ ਸਜਣ ਵਾਸਤੇ ਕਿਸੇ ਦੀ ਵੀ ਹਿੰਮਤ ਨਹੀਂ ਸੀ, ਕਿਉਂਕਿ ਉਹਨਾਂ ਦੇ ਧਰਮ ਨੂੰ ਛੱਡ ਕੇ ਜਾਣ ਦਾ ਮਤਲਬ ਹੈ ਆਪਣੀ ਜਾਨ ਗਵਾਉਣੀ, ਅਤੇ ਉਹ ਕਿਸੇ ਨੂੰ ਛੱਡ ਕੇ ਨਹੀਂ ਜਾਣ ਦਿੰਦੇ। ਅਤੇ ਇਸੇ ਤਰ੍ਹਾਂ ਕੇਵਲ ਇੱਧਰ ਖੁੱਲ੍ਹਾ ਮੈਦਾਨ ਸੀ ਹਿੰਦੂ ਸਮਾਜ ਦੇ ਵਿੱਚ, ਕਿਉਂਕਿ ਹਿੰਦੂ ਸਮਾਜ ਦੀ ਕੋਈ ਇੱਕ ਵਿਚਾਰਧਾਰਾ ਨਹੀਂ ਹੈ। ਇਹਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ ਨੇ ਅਤੇ ਉਹ ਵੀ ਬਹੁਤ ਪੁਰਾਤਨ ਨੇ। ਅੱਜ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚੋਂ ਕਿਸੇ ਕੰਮ ਵੀ ਨਹੀਂ ਆਉਂਦੀਆਂ। ਅਤੇ ਉਹਨਾਂ ਜਿਹੜੇ ਵਿਚਾਰਧਾਰਾ ਦੇ ਚੱਲ ਰਹੇ ਸਾਧੂ ਸੰਤ ਸਨ, ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਇਉਂ ਲੱਗਦਾ ਸੀ ਕਿ ਇਹ ਪੁਰਾਤਨ ਵਿਚਾਰਧਾਰਾਵਾਂ ਅੱਜ ਜੇ ਸਾਡੀ ਜ਼ਿੰਦਗੀ 'ਚ ਕੰਮ ਨਹੀਂ ਆਉਂਦੀਆਂ ਅਤੇ ਇਹਨਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਇਸ ਤਰ੍ਹਾਂ ਉਹਨਾਂ ਨੂੰ ਚਾਨਣ ਦੀ ਕਿਰਨ ਗੁਰੂ ਨਾਨਕ ਸਾਹਿਬ ਪ੍ਰਾਪਤ ਹੋਏ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੇ ਵੱਡੇ ਪ੍ਰਚਾਰ ਦੌਰੇ ਕੀਤੇ, ਬਹੁਤ ਸਾਰੇ ਸਾਧੂਆਂ, ਸੰਤਾਂ, ਫਕੀਰਾਂ, ਸਨਾਤਨੀਆਂ, ਹਿੰਦੂਆਂ, ਮੁਸਲਮਾਨਾਂ ਨੂੰ ਪਤਾ ਲੱਗਿਆ ਗੁਰੂ ਨਾਨਕ ਦੀ ਵਿਚਾਰਧਾਰਾ ਦਾ, ਅਤੇ ਸਮਾਂ ਪਾ ਕੇ ਇਹ ਲੋਕ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਵੀ ਆਉਂਦੇ ਰਹੇ। ਉਹਨਾਂ ਥਾਵਾਂ 'ਤੇ ਵੀ ਵਿਚਾਰ ਚਰਚਾ ਹੋਈ ਅਤੇ ਗੁਰੂ ਘਰ ਨਾਲ ਇਹਨਾਂ ਦਾ ਹੌਲੀ ਹੌਲੀ ਕਾਫਲੇ ਬਣਾ ਕੇ ਆਉਣਾ ਜਾਣਾ ਸ਼ੁਰੂ ਹੋ ਗਿਆ। ਸਮਾਂ ਪਾ ਕੇ ਗੁਰੂ ਸਾਹਿਬ ਨੇ, ਇਹ ਮੰਨਿਆ ਜਾਂਦਾ ਹੈ ਕਿ 6ਵੇਂ ਪਾਤਸ਼ਾਹ ਨੇ ਨਿਰਮਲ ਅਖਾੜਿਆਂ ਦੀ ਜਿਹੜੀ ਸ਼ੁਰੂਆਤ ਕੀਤੀ। ਭਾਵ ਕੀ ਸੀ ਕਿ ਭਾਰਤ ਦੇ ਵਿੱਚ ਜਿਹੜਾ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਪ੍ਰਚਾਰ ਹੋਵੇ, ਖੰਡੇ ਕੀ ਪਹੁਲ ਲੈਣ ਸਾਰੇ, ਉਸ ਤਰ੍ਹਾਂ ਦੀ ਗੱਲ ਕਰੀ ਨਹੀਂ ਜਾ ਸਕਦੀ ਸੀ। ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਹਲੇ ਮਾਨਸਿਕ ਬਣਤਰ ਵੀ ਇੰਨੀ ਸੀ ਨਹੀਂ ਸੀ ਅਤੇ ਨਾਲ ਨਾਲ ਹਾਲਾਤ ਵੀ ਬਹੁਤ ਖਤਰਨਾਕ ਸਨ। ਅਤੇ ਉਹਨਾਂ ਤਿਆਰੀ ਕਰਵਾ ਕੇ ਗੁਰੂ ਸਾਹਿਬ ਵੱਲੋਂ ਉਹ ਨਿਰਮਲ ਅਖਾੜੇ ਸੀ ਜਿਹੜੇ ਉਹਨਾਂ ਨੂੰ ਹਿੰਦੁਸਤਾਨ ਦੇ, ਭਾਰਤ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਸਥਾਪਿਤ ਕੀਤਾ ਕਿ ਤੁਸੀਂ ਲੋਕਾਂ ਨੂੰ ਗੁਰਬਾਣੀ ਦੇ ਚਾਨਣ ਨਾਲ ਜੋੜਨ ਦੇ ਵਿੱਚ ਆਪਣਾ ਜਿੰਨਾ ਯੋਗਦਾਨ ਪਾ ਸਕੋ ਤਾਂ ਪਾਓ। ਹਾਲੀ ਰਹਿਤ ਬਹਿਤ ਦੇ ਉੱਤੇ ਕੋਈ ਧਿਆਨ ਨਹੀਂ ਦੇਣਾ, ਜ਼ੋਰ ਨਹੀਂ ਦੇਣਾ, ਅਤੇ ਤੁਸੀਂ ਕੇਵਲ ਗੁਰਬਾਣੀ ਦੇ ਚਾਨਣ ਵਿੱਚ ਜ਼ਿੰਦਗੀ ਜਿਉਣ ਦੀ ਗੱਲ ਕਰਨੀ ਹੈ। ਅਤੇ ਉਹਨਾਂ ਸਾਧੂਆਂ, ਮਹਾਤਮਾਵਾਂ ਨੇ, ਬਹੁਤ ਸਾਰਿਆਂ ਨੇ ਦੂਰ ਦੂਰ ਦੇ ਇਲਾਕਿਆਂ 'ਚ ਜਾ ਕੇ ਧਰਮ ਪ੍ਰਚਾਰ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਸਿੱਖੀ ਦੇ ਦਾਇਰੇ ਵਿੱਚ ਲਿਆਂਦਾ। ਜਿਹੜੇ ਭਾਰਤ ਦੇ ਵਿੱਚ ਥਾਂ ਥਾਂ 'ਤੇ ਕਿਤੇ ਸਿਗਲੀਗਿਰ ਅਤੇ ਹੋਰ ਕਈ ਰੂਪਾਂ ਦੇ ਵਿੱਚ ਸਿੱਖ ਸਾਨੂੰ ਪੜ੍ਹਨ ਨੂੰ, ਸੁਣਨ ਨੂੰ ਮਿਲਦੇ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਆਬਾਦੀ ਭਾਰਤ ਦੇ ਵਿੱਚ ਫੈਲੀ ਹੋਈ ਹੈ। ਉਹਨਾਂ ਬਹੁਤ ਸਾਰੇ ਨਿਰਮਲ ਅਖਾੜਿਆਂ ਵੱਲੋਂ ਹੀ ਪ੍ਰਚਾਰ ਕੀਤਾ ਗਿਆ ਸੀ। ਪਰ ਦੁਖਦਾਈ ਪਹਿਲੂ ਇਹ ਹੈ, ਸਮੇਂ ਦੇ ਨਾਲ ਉਹ ਗੁਰੂ ਘਰ ਨਾਲ ਜੁੜੇ ਨਾ ਰਹਿ ਸਕੇ ਅਤੇ ਦੂਜਾ ਪ੍ਰਭਾਵ ਉਹਨਾਂ 'ਤੇ ਲਗਾਤਾਰ ਪੈਂਦਾ ਗਿਆ ਅਤੇ ਉਹਨਾਂ ਨੇ, ਜਿਵੇਂ ਅਸੀਂ ਨਿਰੋਲ ਗੁਰਮਤਿ ਦੇ ਚਾਨਣ ਵਿੱਚ ਗੱਲ ਕਰਨੀ ਚਾਹੁੰਦੇ ਹਾਂ, ਉਹ ਤਾਂ ਅੱਜ ਤੱਕ ਵੀ ਨਹੀਂ ਹੋ ਸਕੀ।
ਤੇ ਉਹਨਾਂ ਤੱਕ ਵੀ ਇਹ ਟ੍ਰੇਨਿੰਗ ਲਗਾਤਾਰ ਨਹੀਂ ਪਹੁੰਚ ਸਕੀ। ਤੇ ਬਾਕੀ ਹਿੰਦੂ ਸਮਾਜ ਦਾ ਪ੍ਰਭਾਵ ਉਹਨਾਂ ਦੇ ਉੱਤੇ ਲਗਾਤਾਰ ਬਣਿਆ ਰਹਿੰਦਾ ਸੀ। ਜਿਹੜੇ ਹਿੰਦੂਆਂ ਦੇ ਅਖਾੜੇ ਸੀ ਥਾਂ ਥਾਂ 'ਤੇ, ਉਹਨਾਂ ਨਾਲ ਜਦੋਂ ਵਿਚਾਰ ਚਰਚਾ ਹੁੰਦੀ ਸੀ ਤੇ ਉਹਨਾਂ ਦੇ ਨਾਲ ਕਈ ਵਾਰੀ ਟਕਰਾਓ ਵੀ ਹੋ ਜਾਂਦੇ ਸੀ। ਤੋ ਇਸ ਤਰ੍ਹਾਂ ਜਦੋਂ ਇੱਥੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਇਹ ਨਿਰਮਲ ਅਖਾੜੇ ਨੇ ਜਿਹੜੇ ਉਹ ਮਾਲਵੇ ਦੇ ਵਿੱਚ ਵੀ ਕਾਫੀ ਸਾਰੇ ਆ ਗਏ। ਮਹਾਰਾਜੇ ਪਟਿਆਲੇ ਨੇ ਤੇ ਨਾਭੇ ਨੇ ਇਹਨਾਂ ਨੂੰ ਧਰਮ ਪ੍ਰਚਾਰ ਵਾਸਤੇ ਥਾਂ ਥਾਂ 'ਤੇ ਜਗ੍ਹਾ ਲੈ ਕੇ ਦਿੱਤੀ ਤੇ ਖਰਚੇ ਵੀ ਦਿੱਤੇ ਕਿ ਤੁਸੀਂ ਧਰਮ ਪ੍ਰਚਾਰ ਕਰੋ। ਤੇ ਇਹਨਾਂ ਨੇ ਕਾਫੀ ਸਾਰਾ ਧਰਮ ਪ੍ਰਚਾਰ ਕੀਤਾ ਵੀ, ਪਰ ਜਿਵੇਂ ਅਸੀਂ ਆਸਾਂ ਲਾਉਂਦੇ ਹਾਂ ਉਸ ਤਰ੍ਹਾਂ ਦਾ ਨਹੀਂ ਸੀ। ਖੈਰ, ਇਹ ਤਾਂ ਸਮੇਂ ਦੇ ਨਾਲ ਸੁਧਾਰ ਅਕਸਰ ਹੁੰਦੇ ਰਹਿਣੇ ਚਾਹੀਦੇ ਨੇ। ਪਰ ਇਹ ਗੱਲ ਇੱਕ ਜਿਹੜੀ ਬਹੁਤ ਜ਼ਰੂਰੀ ਮੈਂ ਦੱਸਣ ਲੱਗਿਆ, ਜਦੋਂ ਸਿੱਖਾਂ ਦੇ ਵਿੱਚ ਜੰਗ ਯੁੱਧ ਬਹੁਤ ਲੱਗੇ ਹੋਏ ਸੀ, ਕਿਤੇ ਮਿਸਲਾਂ ਦਾ ਟਾਈਮ ਸੀ, ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਟਾਈਮ ਸੀ, ਜਿਤਨੀ ਦੇਰ ਤੱਕ ਰਣਜੀਤ ਸਿੰਘ ਦਾ ਰਾਜ ਟਿਕਾਓ ਵਾਲਾ ਨਹੀਂ ਹੋਇਆ ਉਦੋਂ ਤੱਕ ਇਹ ਨਿਰਮਲ ਅਖਾੜੇ ਕੰਮ ਕਰਦੇ ਰਹੇ ਪੰਜਾਬ ਤੋਂ ਬਾਹਰ। ਤੇ ਇੱਧਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਦਅਮਨੀ ਹੋਣ ਕਰਕੇ ਇਹ ਪੰਜਾਬ ਵਿੱਚ ਨਾ ਰਹੇ ਤੇ ਇਹਨਾਂ ਦਾ ਸੰਬੰਧ ਪੰਜਾਬ ਦੇ ਸਿੱਖਾਂ ਨਾਲੋਂ ਟੁੱਟ ਗਿਆ। ਕਿਉਂਕਿ ਇੱਧਰ ਮੌਤ ਸੀ ਸਿੱਧੀ ਤੇ ਇਹ ਲੋਕ ਜੰਗ ਯੁੱਧ ਲੜਨ ਵਾਸਤੇ ਤਿਆਰ ਨਹੀਂ ਸੀ। ਇਹ ਤਾਂ ਕੇਵਲ ਸਾਧੂ ਮਹਾਤਮਾ ਧਰਮ ਉਪਦੇਸ਼ ਕਰਨ ਵਾਲੇ ਸੀ ਤੇ ਇਹਨਾਂ ਨੇ ਆਪਣੇ ਅੱਗੇ ਡੇਰੇ ਚਲਾਉਣੇ ਸੀ। ਇਹਨਾਂ ਦੇ ਗੁਰਗੱਦੀ ਵਿੱਚ ਵੀ ਚੱਲਦੀ ਆ ਰਹੀ ਸੀ, ਆਪਣੇ ਚੇਲੇ ਚਾਟੜੇ ਵੀ ਚਲਾਉਂਦੇ ਸੀ, ਗੁਰੂ ਦੀ ਗੱਲ ਵੀ ਕਰਦੇ ਸੀ ਤੇ ਆਪਣੀ ਜਾਂ ਥੋੜ੍ਹੀ ਬਹੁਤੀ ਹਿੰਦੂ ਮਤ ਦੀ ਵੀ ਕਰ ਜਾਂਦੇ ਸੀ, ਜਿਹੋ ਜਿਹੀ ਲੋਕਾਂ ਦੇ ਹਜਮ ਹੁੰਦੀ ਸੀ। ਪਰ ਦੁਖਦਾਈ ਪਹਿਲੂ ਇਹ ਹੈ ਕਿ ਇਹਨਾਂ ਨੂੰ ਸਾਡੇ ਸਿੱਖ ਮੁਖੀਆਂ ਨੇ ਸੰਭਾਲਿਆ ਨਹੀਂ। ਇੱਧਰਲੇ ਪਾਸੇ ਜਿਹੜੇ ਆਉਣੇ ਚਾਹੁੰਦੇ ਸੀ ਉਹਨਾਂ ਨੂੰ ਲਿਆਂਦਾ ਨਹੀਂ ਤੇ ਉਹਨਾਂ ਨੂੰ ਕੇਵਲ ਸਾਡੇ ਲੀਡਰਾਂ ਨੂੰ ਰਾਜਨੀਤੀ ਦਾ ਭੁੱਸ ਪੈ ਗਿਆ ਜਾਂ ਪੈਸੇ ਲੁੱਟ ਕੇ ਖਾਣ ਦਾ ਸੁਭਾਅ ਪੈ ਗਿਆ। ਇਸ ਤਰ੍ਹਾਂ ਉਹ ਸਾਡੇ ਨਾਲੋਂ ਲਗਾਤਾਰ ਦੂਰ ਹੁੰਦੇ ਗਏ ਤੇ ਸਿੱਖਾਂ ਦੀ ਗਿਣਤੀ ਘਟਦੀ ਗਈ। ਜਿਹੜੇ ਆਪਣੇ ਆਪ ਨੂੰ ਅੱਜ ਤੱਕ ਚਾਹੇ ਨਿਰਮਲ ਅਖਾੜਿਆਂ ਰਾਹੀਂ ਚਾਹੇ ਕਿਸੇ ਹੋਰ ਢੰਗ ਨਾਲ ਭਾਰਤ ਦੇ ਵਿੱਚ ਫੈਲੇ ਹੋਏ ਸਿੱਖ ਨੇ, ਉਹਨਾਂ ਨੂੰ ਵੀ ਅਸੀਂ ਸੰਭਾਲ ਨਹੀਂ ਸਕੇ। ਕਹਾਣੀਆਂ ਇਹ ਜੋੜ ਲਈਆਂ ਗਈਆਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖ ਨਿਰਮਲ ਭੇਖ ਧਾਰਨ ਕਰਵਾ ਕੇ ਕਾਂਸ਼ੀ ਪੜ੍ਹਨ ਵਾਸਤੇ ਭੇਜੇ। ਇਹ ਸੱਚ ਨਹੀਂ ਹੈ। ਉਹ ਕਾਂਸ਼ੀ ਦੇ ਵਿੱਚ ਗਏ ਸੀ ਨਿਰਮਲ ਭੇਖ ਵਾਲੇ ਤਾਂ ਧਰਮ ਪ੍ਰਚਾਰ ਵਾਸਤੇ ਤਾਂ ਮੰਨ ਸਕਦੇ ਹਾਂ ਗਏ ਹੋਣਗੇ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਸੰਸਕ੍ਰਿਤ ਪੜ੍ਹੀ ਜਾ ਸਕਦੀ ਹੈ। ਇੱਥੇ ਗੁਰੂ ਨਾਨਕ ਨੇ ਸੰਸਕ੍ਰਿਤ ਪੜ੍ਹ ਲਈ, ਇੱਥੇ ਵੱਡੇ ਵੱਡੇ ਵਿਦਵਾਨ ਬ੍ਰਾਹਮਣ ਵੀ ਸੰਸਕ੍ਰਿਤ ਪੜ੍ਹੇ ਲਿਖੇ ਹੈਗੇ ਸੀ, ਇੱਥੇ ਫਾਰਸੀ ਦੀ ਪੜ੍ਹਾਈ ਵੀ ਹੈਗੀ ਸੀ। ਗੁਰੂ ਸਾਹਿਬਾਨਾਂ ਨੇ ਕਿਤੇ ਜਾ ਕੇ ਪੜ੍ਹਾਈ ਨਹੀਂ ਕੀਤੀ, ਇੱਥੋਂ ਹੀ ਕੀਤੀ ਹੈ। ਉਹ ਕਾਂਸ਼ੀ ਦੇ ਨਾਲ ਜੋੜਨ ਦੀ ਇੱਕ ਚਾਲ ਹੋ ਸਕਦੀ ਹੈ, ਨਹੀਂ ਤੇ ਕਾਂਸ਼ੀ ਜਾ ਕੇ ਪੜ੍ਹਨ ਦੀ ਜ਼ਰੂਰਤ ਨਹੀਂ ਸੀ। ਪ੍ਰਚਾਰ ਵਾਸਤੇ ਭਾਈ ਗੁਰਦਾਸ ਵੀ ਕਾਂਸ਼ੀ ਗਏ ਨੇ ਤੇ ਹੋਰ ਸਿੱਖ ਵੀ ਗਏ ਨੇ, ਖੁਦ ਗੁਰੂ ਨਾਨਕ ਸਾਹਿਬ ਵੀ ਗਏ ਨੇ ਤੇ ਉਹ ਪ੍ਰਚਾਰ ਵਾਸਤੇ 5 ਸਿੱਖ ਗਏ ਹੋਣ ਤਾਂ ਮੰਨੇ ਜਾ ਸਕਦਾ ਹੈ। ਪਰ ਉਹਨਾਂ ਨੂੰ ਨਿਰਮਲ ਭੇਖ ਧਾਰਨ ਕਰਕੇ ਭਗਵੇਂ ਕੱਪੜੇ ਪਵਾ ਕੇ ਕਾਂਸ਼ੀ ਭੇਜਣਾ ਇਹ ਇੱਕ ਤਰ੍ਹਾਂ ਦੀ ਕੋਝੀ ਚਾਲ ਹੈ। ਇਸ ਤਰ੍ਹਾਂ ਮੰਨਿਆ ਜਾਣਾ ਸੰਭਵ ਨਹੀਂ ਹੈ। ਨਿਰਮਲ ਪੰਥ ਪੁਰਾਣੇ ਸਮਿਆਂ 'ਚ ਸਿੱਖਾਂ ਦਾ ਹੀ ਇੱਕ ਅੰਗ ਸੀ, ਪਰ ਸਾਡੀ ਨਾਸਮਝੀ ਦੇ ਕਾਰਨ ਲੀਡਰਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ। ਇਸ ਕਰਕੇ ਇਹ ਨਿਰਮਲ ਅਖਾੜਿਆਂ ਵਾਲੇ ਸਾਧੂ ਸੰਤ ਵੱਖਰੇ ਹੋ ਗਏ ਤੇ ਸਾਡੇ ਆਮ ਸਿੱਖਾਂ ਦੇ ਅੰਦਰ ਵੀ ਇਹਨਾਂ ਦੇ ਪ੍ਰਤੀ ਨਫ਼ਰਤ ਭਰ ਦਿੱਤੀ ਗਈ ਕਿ ਇਹ ਤਾਂ ਸਾਧ ਹੁੰਦੇ ਨੇ, ਇਹ ਤਾਂ ਮੰਗ ਖਾਣੇ ਹੁੰਦੇ ਨੇ, ਇਹ ਤਾਂ ਹਿੰਦੂ ਧਰਮ ਦੀਆਂ ਮਨੌਤਾਂ ਮੰਨਣ ਵਾਲੇ ਨੇ। ਜਦੋਂ ਉਹਨਾਂ ਨੂੰ ਗਿਆਨ ਹੀ ਨਹੀਂ, ਉਹ ਤਾਂ ਉਹੀ ਕੁਛ ਕਰਨਗੇ ਜਿਹੜਾ ਉਹਨਾਂ ਨੇ ਸਿੱਖਿਆ ਹੋਇਆ। ਇਹ ਭੈੜੀਆਂ ਮਨੌਤਾਂ, ਜਿਹੜਾ ਕੁਰਾਹੇ ਪਏ ਹੋਏ ਸਿੱਖਾਂ ਦੀ ਹਾਲਤ ਹੈ, ਉਹ ਤਾਂ ਅਸੀਂ ਪੰਜਾਬ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਸਾਰੇ ਭੈੜੀਆਂ ਮਨੌਤਾਂ ਮੰਨ ਰਹੇ ਨੇ। ਤੋ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ। ਜੇ ਅਸੀਂ ਵਧੀਆ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਹੁੰਦੇ, ਟੀਵੀ ਚੈਨਲ ਤੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਗੁਰਬਾਣੀ ਦਾ ਅਨੁਵਾਦ ਕਰਕੇ, ਹੋਰ ਜਿਹੜੀਆਂ ਮਰਿਆਦਾਵਾਂ ਉਹ ਦੂਜੀਆਂ ਭਾਸ਼ਾਵਾਂ 'ਚ ਅਨੁਵਾਦ ਕਰਕੇ ਉਹਨਾਂ ਤੱਕ ਪਹੁੰਚਾਈਆਂ ਹੁੰਦੀਆਂ ਤੇ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਧਿਆਨ ਦਿੱਤਾ ਹੁੰਦਾ, ਤਾਂ ਨਿਰਮਲ ਅਖਾੜੇ ਵੀ ਸਾਡੇ ਨਾਲ ਜੁੜੇ ਰਹਿੰਦੇ। ਇਹ ਸਿੱਖਾਂ ਦਾ ਹੀ ਅੰਗ ਸੀ ਕਿਸੇ ਜ਼ਮਾਨੇ 'ਚ, ਪਰ ਹੌਲੀ ਹੌਲੀ ਦੂਰ ਬਿਲਕੁਲ ਹੋ ਗਏ ਤੇ ਅੱਜ ਤਾਂ ਲਗਭਗ ਉਹਨਾਂ ਨਾਲੋਂ ਸੰਬੰਧ ਹੀ ਟੁੱਟ ਗਿਆ। ਸਵਾਲ ਨੰਬਰ 232 ਭਾਈ ਤਰਨਜੋਤ ਸਿੰਘ ਨੌਰਵੇ ਤੋਂ। ਇਹਨਾਂ ਦਾ ਸਵਾਲ ਹੈ, ਜੇਕਰ ਰੱਬ ਦਾ ਕੋਈ ਸਰੂਪ ਨਹੀਂ ਹੈ ਤਾਂ ਭਗਤ ਧੰਨਾ ਜੀ ਨੂੰ ਪੱਥਰ ਵਿੱਚੋਂ ਰੱਬ ਕਿਵੇਂ ਲੱਭ ਗਿਆ? ਉਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਕੀਤਾ ਗਿਆ? ਜੇ ਗਿਆਨ ਹੀ ਰੱਬ ਹੈ ਫਿਰ ਧੰਨਾ ਜੀ ਨੂੰ ਗਿਆਨ ਪ੍ਰਾਪਤ ਹੋਇਆ ਕਿ ਨਹੀਂ, ਸਪਸ਼ਟ ਕਰੋ। ਗੁਰੂ ਪਿਆਰ ਵਾਲਿਓ, ਇਸ ਗੱਲ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਗੁਰਬਾਣੀ ਦਾ ਵਿਗਿਆਨਕ ਢੰਗ ਨਾਲ ਲਿਖਤ ਦੇ ਵਿੱਚ ਜਾਂ ਬੋਲ ਕੇ ਬਹੁਤ ਘੱਟ ਪ੍ਰਚਾਰ ਹੋਇਆ ਹੈ। ਸਾਧਵਾਦੀ ਢੰਗ ਨਾਲ, ਕਰਾਮਾਤੀ ਢੰਗਾਂ ਨਾਲ ਇਹਦਾ ਪ੍ਰਚਾਰ ਜ਼ਿਆਦਾ ਹੋਇਆ ਹੈ।
ਅਗਿਆਨਤਾ ਦੇ ਕਾਰਨ ਸੰਗਤਾਂ ਦੇ ਵਿੱਚੋਂ ਵੀ ਕੋਈ ਬੋਲ ਨਹੀਂ ਸਕਿਆ ਕਿ ਇਹੋ ਜਿਹੀਆਂ ਗੱਲਾਂ ਕਿਉਂ ਸੁਣਾਉਂਦੇ ਹੋ। ਅਤੇ ਅਗਿਆਨਤਾ ਦੇ ਕਾਰਨ ਪ੍ਰਚਾਰਕਾਂ ਦੀ ਕੋਈ ਮਾਨਸਿਕ ਪੱਧਰ ਉੱਚਾ ਨਹੀਂ ਸੀ, ਉਹਨਾਂ ਨੂੰ ਉਹ ਕਹਾਣੀਆਂ ਸੱਚੀਆਂ ਲੱਗਦੀਆਂ ਰਹੀਆਂ ਅਤੇ ਉਹ ਸੁਣਾਉਂਦੇ ਰਹੇ। ਗੱਲ ਇਹ ਹੈ ਕਿ ਭਗਤ ਧੰਨਾ ਜੀ ਨੇ ਆਪ ਜੋ ਬਾਣੀ ਲਿਖੀ ਹੈ ਉਹਨੇ ਕਿਤੇ ਵੀ ਨਹੀਂ ਲਿਖਿਆ ਕਿ ਮੈਂ ਪੱਥਰ 'ਚੋਂ ਰੱਬ ਪਾਇਆ। ਧੰਨਾ ਜੀ ਤਾਂ ਆਪ ਕਹਿੰਦੇ ਨੇ, ਧੰਨੈ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ। ਮੈਂ ਤਾਂ ਭਾਈ ਉਸ ਧਰਤੀ ਦਾ ਆਸਰਾ, ਸਾਰੇ ਬ੍ਰਹਿਮੰਡ ਦਾ ਬਣਾਉਣ ਵਾਲਾ, ਪੈਦਾ ਕਰਨ ਵਾਲਾ, ਸਾਰੇ ਕਣ ਕਣ 'ਚ ਰਮਿਆ ਹੋਇਆ ਮੇਰਾ ਤਾਂ ਉਹ ਰੱਬ ਹੈ, ਮੈਂ ਉਹਦੇ ਤੋਂ ਸਾਰਾ ਕੁਝ ਪਾਇਆ। ਧੰਨੈ ਧਨ ਪਾਇਆ, ਮੈਂ ਗਿਆਨ ਰੂਪੀ ਪਦਾਰਥ ਉਸ ਤੋਂ ਪਾਇਆ। ਧੰਨੈ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ, ਭਲੇ ਲੋਕਾਂ ਦੀ ਸੰਗਤ ਕਰਕੇ ਮੈਨੂੰ ਇਹ ਗਿਆਨ ਹੋ ਗਿਆ। ਹੁਣ ਇਸੇ ਤਰ੍ਹਾਂ ਜੇ ਮੰਨ ਲਿਆ ਜਾਵੇ ਕਿ ਕਹਿੰਦੇ ਨੇ ਜਿਵੇਂ ਕਹਾਣੀਆਂ ਘੜੀਆਂ ਗਈਆਂ ਨੇ ਕਿ ਇੱਕ ਬ੍ਰਾਹਮਣ ਸੀ ਜਿਹੜਾ ਕਿ ਆਪਣੇ ਠਾਕਰਾਂ ਨੂੰ ਭੋਗ ਲਗਵਾ ਕੇ ਪ੍ਰਸ਼ਾਦਾ ਛਕਦਾ ਸੀ। ਲੋਕਾਂ ਦੇ ਵਿੱਚ ਇਹੋ ਪ੍ਰਚਾਰ ਕੀਤਾ ਗਿਆ ਹੋਇਆ ਸੀ ਉਹਨੇ, ਅਤੇ ਉਹਦੇ ਸੇਵਕ ਵੀ ਇਸ ਗੱਲ ਨੂੰ ਸੱਚ ਮੰਨੀ ਬੈਠੇ ਸੀ। ਕਹਾਣੀ ਦੇ ਮੁਤਾਬਕ ਕਹਿੰਦੇ ਧੰਨਾ ਜੀ ਉਹਨੂੰ ਕਹਿਣ ਲੱਗਿਆ, ਇੱਕ ਠਾਕਰ ਮੈਨੂੰ ਵੀ ਦੇ ਦਿਓ। ਕਹਿੰਦਾ ਭਾਈ ਲੈ ਜਾ, ਅਤੇ ਪਰ ਇਹਨੂੰ ਭੋਗ ਲਗਵਾ ਕੇ ਰੋਟੀ ਖਵਾਈ। ਕਹਿੰਦੇ ਵਿਚਾਰਾ ਧੰਨਾ ਉਹਦੇ ਮੂਹਰੇ ਹੱਥ ਜੋੜ ਕੇ ਬੈਠ ਗਿਆ, ਅਤੇ ਉਹ ਪੱਥਰ 'ਚੋਂ ਰੱਬ ਨੇ ਕੀ ਨਿਕਲਣਾ ਸੀ, ਉਹ ਕਈ ਦਿਨ ਭੁੱਖਾ ਮਰਦਾ ਰਿਹਾ। ਅੰਤ ਨੂੰ ਰੱਬ 'ਤੇ ਤਰਸ ਆ ਗਿਆ ਅਤੇ ਪੱਥਰ ਦੇ ਵਿੱਚੋਂ ਰੱਬ ਬਾਹਰ ਆ ਗਿਆ ਅਤੇ ਉਹਨੇ ਫਿਰ ਖਾਣਾ ਖਾ ਲਿਆ। ਅਤੇ ਧੰਨਾ ਜੀ ਕਹਿਣ ਲੱਗੇ ਤਾਂ ਬਹੁਤ ਵਧੀਆ ਹੋ ਗਿਆ। ਫਿਰ ਧੰਨੇ ਦੀਆਂ ਮੱਝਾਂ ਵੀ ਚਾਰੀਆਂ, ਖੇਤਾਂ ਨੂੰ ਪਾਣੀ ਵੀ ਲਾਇਆ ਅਤੇ ਉਹਦੀ ਫਸਲ ਵੀ ਸਾਂਭੀ। ਇਹ ਸਾਰਾ ਕੁਝ ਪੁਜਾਰੀ ਤਬਕੇ ਨੇ ਪ੍ਰਚਾਰ ਕੇ ਧੰਨਾ ਜੀ ਦੇ ਨਾਲ ਜੋੜ ਦਿੱਤਾ। ਅਜਿਹਾ ਕੁਛ ਵੀ ਨਹੀਂ ਹੈ। ਗੁਰਬਾਣੀ ਤਾਂ ਸਾਫ਼ ਕਹਿੰਦੀ ਹੈ, ਇੱਕ ਹੈ ਪਾਥਰ ਕੀਜੈ ਭਉ, ਦੂਜੈ ਪਾਥਰ ਧਰੀਐ ਪਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦੇਵ ਹਮ ਹਰ ਕੀ ਸੇਵਾ। ਇੱਕ ਪੱਥਰ ਜ਼ਮੀਨ 'ਤੇ ਪਿਆ, ਉਹਦੇ 'ਤੇ ਪੈਰ ਰੱਖ ਕੇ ਅੱਗੇ ਜਾਂਦੇ ਹਾਂ। ਇੱਕ ਪੱਥਰ ਤਰਾਸ਼ ਕੇ ਅੰਦਰ ਮੰਦਰ ਦੇ ਵਿੱਚ ਰੱਖ ਦਿੱਤਾ, ਉਹਨੂੰ ਨਮਸਕਾਰਾਂ ਹੁੰਦੀਆਂ ਨੇ। ਨਾਮਦੇਵ ਜੀ ਕਹਿੰਦੇ ਨੇ ਜੇ ਅੰਦਰ ਪਿਆ ਪੱਥਰ, ਜਿਹੜੀ ਮੂਰਤੀ ਬਣਾਈ ਹੈ ਉਹ ਭਗਵਾਨ ਹੈ, ਉਹ ਪੈਰਾਂ 'ਚ ਪਿਆ ਪੱਥਰ ਰੱਬ ਕਿਉਂ ਨਹੀਂ ਬਣਦਾ? ਫਿਰ ਉਹ ਭਗਵਾਨ ਦੇਵਤਾ ਕਿਉਂ ਨਹੀਂ ਬਣਦਾ? ਜਦੋਂ ਕਿ ਗੁਰਬਾਣੀ ਇਹਨਾਂ ਪੱਥਰਾਂ ਦੀ ਪੂਜਾ ਨੂੰ ਨਹੀਂ ਮੰਨਦੀ। ਇਸ ਤਰ੍ਹਾਂ ਸਰੀਰ ਧਾਰ ਕੇ ਰੱਬ ਪ੍ਰਗਟ ਨਹੀਂ ਹੁੰਦਾ। ਧੰਨੇ ਨੇ ਗਿਆਨ ਹਾਸਲ ਕੀਤਾ ਅਤੇ ਉਹਨੇ ਕਿਸੇ ਪੱਥਰ ਦੀ ਪੂਜਾ ਨਹੀਂ ਕੀਤੀ, ਅਤੇ ਨਾ ਹੀ ਗੁਰਬਾਣੀ ਪੱਥਰ ਦੀ ਪੂਜਾ ਦੀ ਇਜਾਜ਼ਤ ਦਿੰਦੀ ਹੈ। ਅਤੇ ਇਹ ਸਾਰਾ ਸਾਨੂੰ ਗੁਰਬਾਣੀ ਨਾਲੋਂ ਤੋੜ ਕੇ ਹੋਰ ਰਾਹ ਤੋਰਨ ਦੀਆਂ ਸਾਜ਼ਿਸ਼ਾਂ ਨੇ, ਸਾਖੀਆਂ ਨੇ। ਇਹਨਾਂ ਤੋਂ ਬਚਣ ਦੀ ਲੋੜ ਹੈ। ਅੱਗੇ ਜਦੋਂ ਰੱਬ ਕਣ ਕਣ ਦੇ ਵਿੱਚ ਹੈ, ਕੀ ਧੰਨਾ ਜੀ ਨੂੰ ਨਹੀਂ ਸੀ ਪਤਾ? ਧੰਨਾ ਜੀ ਨੂੰ ਵੀ ਪਤਾ ਸੀ ਇਹਨਾਂ ਗੱਲਾਂ ਦਾ। ਜਿਹੜਿਆਂ ਨੂੰ ਕਣ ਕਣ ਦੇ ਵਿੱਚ ਰੱਬ ਪਤਾ ਹੈ, ਉਹਨਾਂ ਦੀ ਹੀ ਬਾਣੀ ਗੁਰੂ ਨਾਨਕ ਨੇ ਇਕੱਤਰ ਕੀਤੀ ਹੈ। ਗੁਰੂ ਅਰਜਨ ਸਾਹਿਬ ਨੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ ਹੈ। ਪੱਥਰ ਪੂਜਾ ਨੂੰ ਗੁਰਬਾਣੀ ਦੇ ਵਿੱਚ ਕੋਈ ਥਾਂ ਨਹੀਂ ਹੈ। ਪੱਥਰਾਂ 'ਚੋਂ ਰੱਬ ਨਹੀਂ ਨਿਕਲਦੇ ਹੁੰਦੇ। ਜੇ ਨਿਕਲਦੇ ਹੁੰਦੇ ਤਾਂ ਹੁਣ ਵੀ ਨਿਕਲ ਪੈਣੇ ਚਾਹੀਦੇ ਸੀ। ਅਤੇ ਉਹਨਾਂ ਪੱਥਰਾਂ 'ਚੋਂ ਨਿਕਲੇ ਰੱਬ ਨੇ ਸਮਾਜ ਦਾ ਕਦੀ ਕੁਝ ਵੀ ਨਹੀਂ ਸੰਵਾਰਿਆ। ਉੱਥੇ ਵੀ ਜਿੱਥੇ ਧੰਨੇ ਨਾਲ ਇਹ ਕਹਾਣੀ ਜੋੜੀ ਗਈ ਹੈ, ਉਹ ਵੀ ਕੇਵਲ ਧੰਨੇ ਦੀਆਂ ਮੱਝਾਂ ਚਾਰਦਾ ਰਿਹਾ ਰੱਬ। ਉਹਨੇ ਦੁਨੀਆ ਦਾ ਤੇ ਕੁਝ ਵੀ ਭਲਾ ਨਹੀਂ ਕੀਤਾ। ਕੀ ਫਾਇਦਾ ਉਹਦੇ ਪ੍ਰਗਟ ਹੋਣ ਦਾ? ਸੋ ਇਹੋ ਜਿਹੀਆਂ ਝੂਠੀਆਂ ਕਹਾਣੀਆਂ 'ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ। ਇਹਨਾਂ ਲੋਕਾਂ ਨੇ ਤਾਂ ਕਹਾਣੀਆਂ ਘੜ ਕੇ ਰਵਿਦਾਸ ਜੀ ਦੇ ਨਾਲ ਵੀ ਇਹ ਜੋੜ ਦਿੱਤਾ ਕਿ ਰਵਿਦਾਸ ਜੀ ਦਾ ਭੇਜਿਆ ਹੋਇਆ ਗਹਿਣੇ ਗੱਟੇ ਉਹ ਗੰਗਾ ਮਈਆ ਨੇ ਆਪਣਾ ਦਰਿਆ ਦੇ ਵਿੱਚੋਂ ਔਰਤ ਦਾ ਰੂਪ ਧਾਰਨ ਕਰਕੇ ਹੱਥ ਕੱਢ ਕੇ ਉਹ ਭੇਟਾ ਕਬੂਲ ਕੀਤੀ। ਇਹ ਬਹੁਤ ਕੁਝ ਇਹੋ ਜਿਹਾ ਭਰਿਆ ਪਿਆ। ਇਹਨਾਂ ਦੀ ਸਾਨੂੰ ਸੱਚਾਈ ਦੇ ਉੱਤੇ ਪਰਖ ਕਰਨੀ ਚਾਹੀਦੀ ਹੈ, ਵਿਗਿਆਨਕ ਆਧਾਰ ਨਾਲ ਪਰਖ ਕਰਨੀ ਚਾਹੀਦੀ ਹੈ। ਅਤੇ ਇਹ ਵਿਗਿਆਨਕ ਆਧਾਰ 'ਤੇ ਸਾਰੀਆਂ ਚੀਜ਼ਾਂ ਖਰੀਆਂ ਨਹੀਂ ਉਤਰਦੀਆਂ। ਧੰਨਾ ਜੀ ਇੱਕ ਰੱਬ ਨੂੰ ਜਿਹੜਾ ਕਿ ਸਾਡੇ ਹੀ ਅੰਦਰ ਹੈ ਉਹਨੂੰ ਮੰਨਣ ਵਾਲੇ ਸੀ, ਨਾ ਕਿ ਕਿਸੇ ਪੱਥਰ ਦੇ ਰੱਬ ਨੂੰ ਮੰਨਣ ਵਾਲੇ ਸੀ। ਤਾਂ ਪੱਥਰਾਂ ਨੂੰ ਤਾਂ ਪੂਜਣ ਵਾਲੇ ਉਦੋਂ ਵੀ ਲੱਖਾਂ ਕਰੋੜਾਂ ਲੋਕ ਸੀ, ਅੱਜ ਵੀ ਹੈਗੇ ਨੇ। ਅਤੇ ਉਹਨਾਂ ਨੇ ਕੀ ਪ੍ਰਾਪਤੀ ਕੀਤੀ ਹੈ, ਜਰਾ ਕੋਈ ਖੋਲ੍ਹ ਕੇ ਦੱਸ ਦੇਵੇ। ਸਵਾਲ ਨੰਬਰ 233 ਭਾਈ ਤਰਲੋਚਨ ਸਿੰਘ ਨਾਰਵੇ ਤੋਂ। ਇਹਨਾਂ ਦਾ ਸਵਾਲ ਹੈ, ਅਕਾਲ ਤਖਤ ਦੀ ਮਰਿਆਦਾ ਦਰੁਸਤ ਕਰਨੀ ਬਣਦੀ ਹੈ, ਇਸ ਦਾ ਤਰੀਕਾ ਕੀ ਹੈ? ਆਮ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? ਪਹਿਲੀ ਗੱਲ ਤਾਂ ਆਮ ਸਿੱਖਾਂ ਬਾਰੇ ਗੱਲ ਕਰ ਲਈਏ ਕਿ ਆਮ ਸਿੱਖਾਂ ਨੂੰ ਗੁਰਬਾਣੀ ਖੁਦ ਪੜ੍ਹਨੀ ਚਾਹੀਦੀ ਹੈ। ਅਤੇ ਜਿਹੜੇ ਮੁੱਲ ਦੇ ਪਾਠ ਨੇ, ਕਿਰਾਏ ਦੇ ਕੀਰਤਨ ਨੇ, ਅਤੇ ਕਿਰਾਏ ਦੀਆਂ ਜਿਹੜੀਆਂ ਲੜੀਆਂ ਚੱਲ ਰਹੀਆਂ ਨੇ, ਨਾਮ ਸਿਮਰਨ ਹੋ ਰਿਹਾ, ਇਹ ਤੋਂ ਬਚਣਾ ਚਾਹੀਦਾ ਹੈ। ਆਪ ਖੁਦ ਸਟੱਡੀ ਕਰੋ।
ਗਿਆਨਵਾਨ ਬਣੋ। ਨੰਬਰ 1, ਜਦੋਂ ਅਸੀਂ ਗਿਆਨਵਾਨ ਬਣ ਗਏ ਤਾਂ ਸਾਨੂੰ ਇਹ ਪਲਾਨਿੰਗ ਬਣਾਉਣ ਦੇ ਢੰਗ ਤਰੀਕੇ ਆ ਜਾਣਗੇ। ਅਸੀਂ ਆਪਣੀ ਭਵਿੱਖ ਦਾ ਫੈਸਲਾ ਖੁਦ ਕਰਨ ਜੋਗੇ ਹੋ ਜਾਵਾਂਗੇ। ਅੱਜ ਬਹੁ ਗਿਣਤੀ ਸਿੱਖ ਹੈ ਕਿਤਾਬ ਚੁੱਕਣ ਤੋਂ ਵੀ ਲਗਭਗ ਇਨਕਾਰੀ ਹੈ, ਅਤੇ ਉਹ ਸਟੱਡੀ ਕਰਨ ਨੂੰ ਉੱਕਾ ਹੀ ਤਿਆਰ ਨਹੀਂ, ਗੁਰਬਾਣੀ ਪੜ੍ਹਨ ਨੂੰ ਤਿਆਰ ਨਹੀਂ, ਅਤੇ ਬਾਕੀ ਜਿਹੜਾ ਸਮਾਜ ਵਿਗਿਆਨ ਹੈ ਉਹ ਵੀ ਕੋਈ ਨਹੀਂ ਪੜ੍ਹਦਾ, ਕੇਵਲ ਆਪਣੇ ਕੁਝ ਸੀਮਤ ਦਾਇਰੇ ਤੱਕ ਰਹਿ ਜਾਂਦੇ ਨੇ। ਅਤੇ ਫਿਰ ਜਿਹੜੇ ਚਾਲਬਾਜ਼ ਰਾਜਨੀਤਿਕ ਲੀਡਰ ਨੇ ਜਾਂ ਫਿਰ ਚਾਲਬਾਜ਼ ਪੁਜਾਰੀ ਨੇ, ਇਹ ਸਾਨੂੰ ਜਿਵੇਂ ਮਰਜ਼ੀ ਲੁੱਟ ਕੇ ਖਾਂਦੇ ਨੇ, ਕੁਰਾਹੇ ਪਾਉਂਦੇ ਨੇ। ਰਹੀ ਗੱਲ ਅਕਾਲ ਤਖਤ ਦੀ ਮਰਿਆਦਾ ਦੀ, ਈਸਾਈਆਂ ਦੇ ਵਿੱਚ ਬਹੁਤ ਲੰਮਾ ਸਮਾਂ ਤੱਕ ਪੁਜਾਰੀ ਹਾਵੀ ਰਿਹਾ ਅਤੇ ਰਾਜਨੀਤੀ ਥੱਲੇ ਲੱਗੀ ਰਹੀ। ਇਹ ਤਾਂ ਜੰਗ ਯੁੱਧ ਲੜ ਕੇ ਪੁਜਾਰੀਆਂ ਨੂੰ ਹਰਾਇਆ ਗਿਆ ਅਤੇ ਤਾਂ ਕਿਤੇ ਰਾਜਨੀਤੀ ਅੱਗੇ ਆਈ, ਅਤੇ ਰਾਜਨੀਤੀਵਾਨਾਂ ਨੇ ਵੀ ਹੌਲੀ ਹੌਲੀ ਆਪਣੀ ਰਾਜਨੀਤੀ ਨੂੰ ਲੋਕ ਹਿੱਤੂ ਬਣਾਇਆ, ਸੁਧਾਰਿਆ, ਅਤੇ ਪੁਜਾਰੀਆਂ ਨੂੰ, ਜਿਹੜੇ ਈਸਾਈਆਂ ਦੇ ਪੁਜਾਰੀ ਸੀ, ਉਹਨਾਂ ਨੂੰ ਇੱਕ ਸੀਮਤ ਦਾਇਰੇ ਦੇ ਅੰਦਰ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਕਿ ਤੁਸੀਂ ਆਪਣੇ ਇਸ ਦਾਇਰੇ ਦੇ ਵਿੱਚ ਰਹਿ ਕੇ ਜੋ ਹੁਕਮ ਦੇਣਾ ਹੈ ਆਪਣੇ ਸੇਵਕਾਂ ਨੂੰ ਉਹ ਦੇ ਸਕਦੇ ਹੋ, ਅਤੇ ਤੁਸੀਂ ਸਾਡੇ ਵਿੱਚ ਕੋਈ ਸਿੱਧਾ ਦਖਲ ਅੰਦਾਜ਼ੀ ਨਹੀਂ ਕਰ ਸਕਣੀ। ਧਰਮ ਦੇ ਨਾਮ 'ਤੇ ਕਿਸੇ ਨੂੰ ਭੜਕਾਉਣਾ ਨਹੀਂ, ਕੋਈ ਆਪਣੀ ਇਸ ਤਰ੍ਹਾਂ ਦੀ ਤਾਕਤ ਦੀ ਵਰਤੋਂ ਕਿਤੇ ਵੀ ਨਹੀਂ ਕਰਨੀ, ਅਤੇ ਇਹ ਕੰਮ ਰਾਜਨੀਤੀ ਦਾ। ਤੁਸੀਂ ਕੇਵਲ ਲੋਕਾਂ ਨੂੰ ਆਪਣੇ ਧਰਮ ਦਾ ਜਾਂ ਸਮਾਜ ਸੁਧਾਰ ਦਾ ਉਹ ਗਿਆਨ ਵੰਡ ਸਕਦੇ ਹੋ। ਅੱਜ ਵੀ ਉਹਨਾਂ ਦੀ ਚੋਣ ਵੈਟੀਕਨ ਸਿਟੀ ਇਟਲੀ ਦੇ ਵਿੱਚ ਜਦੋਂ ਕਿਤੇ ਉਹਨਾਂ ਦੇ ਮੁੱਖ ਪਾਦਰੀ ਦੀ ਚੋਣ ਹੁੰਦੀ ਹੈ ਤਾਂ ਉੱਥੇ ਭਾਵੇਂ 10 ਦਿਨ ਲੱਗਣ ਅੰਦਰ ਅਤੇ ਭਾਵੇਂ ਮਹੀਨਾ ਲੱਗੇ, ਉਹ ਅੰਦਰ ਆਪਣੀਆਂ ਵਿਚਾਰਾਂ ਕਰਦੇ ਨੇ, ਬਹਿਸਾਂ ਮੁਬਾਸੇ ਹੁੰਦੇ ਨੇ, ਆਪੋ ਆਪਣੇ ਪੱਖ ਪੇਸ਼ ਕਰਦੇ ਨੇ। ਜਿਹੜਾ ਆਪਣਾ ਪੱਖ ਵਧੀਆ ਢੰਗ ਨਾਲ ਰੱਖ ਸਕਦਾ ਹੈ, ਬਹੁਤੇ ਲੋਕਾਂ ਨੂੰ, ਬਹੁਤੇ ਮੈਂਬਰਾਂ ਨੂੰ ਆਪਣੇ ਨਾਲ ਜੋੜ ਸਕਦਾ ਹੈ, ਤਾਂ ਉਹਨੂੰ ਉਹ ਵਰਲਡ ਲੈਵਲ ਦਾ ਆਪਣਾ ਹੈੱਡ ਚੁਣ ਲੈਂਦੇ ਨੇ, ਅਤੇ ਬਾਕੀ ਇਸੇ ਤਰ੍ਹਾਂ ਇਲਾਕਿਆਂ ਦੇ ਪਾਦਰੀ ਵੀ ਉਹ ਇਸੇ ਢੰਗ ਨਾਲ ਚੁਣਦੇ ਨੇ। ਉਹਨਾਂ ਦੇ ਦਾਇਰੇ ਛੋਟੇ ਹੋ ਸਕਦੇ ਨੇ, ਪਰ ਸਾਡੇ ਸਿੱਖਾਂ ਦੇ ਵਿੱਚ ਇਹੋ ਜਿਹਾ ਕੋਈ ਸੈਕਟਰੀਏਟ ਨਹੀਂ ਬਣਿਆ ਜਿੱਥੇ ਕਿਤੇ ਵਿਦਵਾਨਾਂ ਦਾ ਇਕੱਠ ਹੋਵੇ, ਅਤੇ ਆਮ ਵਿਦਵਾਨ ਵੀ ਹੋਣ, ਅਤੇ ਧਾਰਮਿਕ ਵਿਦਵਾਨ ਵੀ ਹੋਣ, ਇਤਿਹਾਸਕਾਰ ਵੀ ਹੋਣ, ਸਾਰੇ ਤਰ੍ਹਾਂ ਦੇ ਜੋ ਨੁਮਾਇੰਦੇ ਨੇ ਉੱਥੇ ਚੁਣੇ ਹੋਏ ਆਉਣ, ਅਤੇ ਉਹ ਲੰਮੇ ਸਮੇਂ ਦੀ ਵਿਚਾਰ ਚਰਚਾ ਕਰਨ, ਅਤੇ ਵਿਚਾਰ ਚਰਚਾ ਕਰਕੇ ਅਕਾਲ ਤਖਤ ਦਾ ਜਿਹੜਾ ਇੱਕ ਮਰਿਆਦਾ ਚਲਾਉਣ ਵਾਸਤੇ ਮੁਖੀ ਹੈ, ਜਿਹਨੂੰ ਹੈੱਡ ਪ੍ਰੀਸਟ ਕਹਿ ਸਕਦੇ ਹਾਂ, ਉਹਦੀ ਚੋਣ ਕੀਤੀ ਜਾਵੇ, ਅਤੇ ਉਹ ਅੱਗੋਂ ਸਹਾਇਕ ਮੈਂਬਰ ਚੁਣੇ, ਅਤੇ ਉਹ ਫਿਰ ਸਾਰੀ ਨਿਗਰਾਨੀ ਕਰੇ। ਜਿਵੇਂ ਲਿਟਰੇਚਰ ਛਪਾਉਣਾ ਹੈ, ਗੁਰਬਾਣੀ ਦੇ ਅਰਥ ਕਰਨੇ ਨੇ, ਇਤਿਹਾਸ ਲਿਖਵਾਉਣਾ ਹੈ, ਧਰਮ ਪ੍ਰਚਾਰ ਕਰਨਾ ਹੈ, ਦੁਨੀਆ ਦੇ ਸਿੱਖਾਂ ਦੇ ਮਸਲੇ ਹੱਲ ਕਰਨੇ ਨੇ, ਅਤੇ ਕੋਈ ਸਿੱਖ ਮੁਸੀਬਤਾਂ 'ਚ ਘਿਰਿਆ, ਉਹਦੀ ਮੁਸੀਬਤ ਦੂਰ ਕਿਵੇਂ ਕਰਨੀ ਹੈ, ਸਰਕਾਰਾਂ ਨਾਲ ਜੇ ਕਿਤੇ ਟਕਰਾਅ ਹੁੰਦਾ ਉਹਨੂੰ ਸਹਿਜਮਈ ਢੰਗ ਦੇ ਨਾਲ ਕਿਵੇਂ ਹੱਲ ਕਰਵਾਉਣਾ ਹੈ, ਆਪਣੇ ਹੀ ਰਾਜਨੀਤਿਕ ਲੋਕ ਜਦੋਂ ਕੁਰਾਹੇ ਪੈ ਜਾਂਦੇ ਨੇ ਉਹਨਾਂ ਨੂੰ ਕਿਵੇਂ ਸਲਾਹ ਦੇਣੀ ਹੈ। ਇਹ ਬਹੁਤ ਸਾਰੇ ਕੰਮ ਨੇ। ਉਹ ਸੈਕਟਰੀਏਟ ਦੇ ਵਿੱਚੋਂ ਜਿਹੜਾ ਧਰਮ ਦੇ ਅਧੀਨ ਚੱਲ ਰਿਹਾ ਹੋਵੇ, ਉਹ ਸੈਕਟਰੀਏਟ ਦੇ ਵਿੱਚੋਂ ਇਹ ਮਸਲੇ ਉਭਾਰੇ ਜਾਣੇ ਚਾਹੀਦੇ ਨੇ, ਸਮਾਜ ਦੇ ਸਾਹਮਣੇ ਰੱਖੇ ਜਾਣੇ ਚਾਹੀਦੇ ਨੇ। ਜੇ ਕਿਤੇ ਕਮੀ ਪੇਸ਼ੀ ਹੈ ਤਾਂ ਉਹ ਦੂਰ ਕਰਨ ਵਾਸਤੇ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਉੱਥੋਂ ਅਖਬਾਰ, TV ਚੈਨਲ, ਰੇਡੀਓ ਅਤੇ ਹੋਰ ਜਿਹੜੇ ਵੀ ਢੰਗਾਂ ਨਾਲ ਆਪਣੀ ਆਵਾਜ਼ ਸਮਾਜ ਤੱਕ ਪਹੁੰਚਾਈ ਜਾ ਸਕਦੀ ਹੈ, ਉਹ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ। ਪਰ ਦੁਖਦਾਈ ਪਹਿਲੂ ਇਹ ਹੈ, ਅਕਾਲ ਤਖਤ ਦਾ ਜਥੇਦਾਰ ਦੀ ਆਪਣੀ ਕੋਈ ਹੈਸੀਅਤ ਨਹੀਂ ਹੈ, ਉੱਥੇ ਕੋਈ ਸੈਕਟਰੀਏਟ ਨਹੀਂ ਹੈ, ਉੱਥੇ ਕੋਈ ਲਿਟਰੇਚਰ ਨਹੀਂ ਛਪਦਾ, ਅਤੇ ਉਹਨਾਂ ਵੱਲੋਂ ਕੋਈ TV ਚੈਨਲ ਅਤੇ ਰੇਡੀਓ ਦੇ ਰਾਹੀਂ ਆਪਣੀ ਆਵਾਜ਼ ਨਹੀਂ ਬੁਲੰਦ ਕੀਤੀ ਜਾਂਦੀ। ਅੱਜ ਤੱਕ ਜਿੰਨਾ ਕੁਝ ਮੈਂ ਵੇਖ ਸਕਿਆ ਹਾਂ, ਅਕਾਲ ਤਖਤ ਵੱਲੋਂ ਜੋੜਨ ਦਾ ਕੰਮ, ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਨਹੀਂ ਕੀਤਾ ਗਿਆ, ਤੋੜਨ ਦਾ ਅਤੇ ਛੇਕਣ ਦਾ ਕੰਮ ਬਹੁਤ ਕੀਤਾ ਗਿਆ। ਸਾਡਾ ਹੈੱਡ ਹੈ ਜਿੱਥੇ, ਜਿਹਨੂੰ ਕਹਿੰਦੇ ਆ ਅਕਾਲ ਦਾ ਤਖਤ ਕਹਿ ਕੇ ਸਤਿਕਾਰ ਦਿੰਦੇ ਹਾਂ, ਉਸ ਅਕਾਲ ਦੇ ਤਖਤ ਨੇ ਅੱਜ ਤੱਕ ਕੋਈ ਵੀ ਕੰਮ ਸਿੱਖ ਸਮਾਜ ਦੇ ਭਲੇ ਵਾਸਤੇ ਨਹੀਂ ਕੀਤਾ। ਮਰਿਆਦਾਵਾਂ ਸੁਧਾਰੀਆਂ ਜਾ ਸਕਦੀਆਂ ਨੇ, ਸਮਾਜ ਨੂੰ ਚੰਗੇ ਰਾਹ ਤੋਰਿਆ ਜਾ ਸਕਦਾ ਹੈ, ਚੰਗੀ ਸੇਧ ਦਿੱਤੀ ਜਾ ਸਕਦੀ ਹੈ, ਪਰ ਇਹਦੇ ਵਾਸਤੇ ਹਾਲੀ ਸਿੱਖਾਂ ਕੋਲੇ ਕੋਈ ਟੀਮ ਖੜੀ ਨਹੀਂ ਹੋਈ। ਕੋਈ ਸਿਆਣਾ ਟੀਮ ਖੜੀ ਕਰਨ ਵਾਲਾ ਐਡਾ ਵੱਡੇ ਕੱਦ ਦਾ ਉਹ ਲੀਡਰ ਵੀ ਸਾਨੂੰ ਅਜੇ ਨਹੀਂ ਮਿਲਿਆ। ਕੇਵਲ ਆਪਣੇ ਦਾਇਰੇ ਤੱਕ ਸੀਮਤ ਜਾਂ ਫਿਰ ਆਪਣੀ ਪੇਟ ਪੂਰਤੀ ਤੱਕ ਸੀਮਤ ਜਿਹੜੇ ਲੋਕ ਨੇ ਉਹ ਕੁਝ ਨਾਅਰੇ ਲਾ ਦਿੰਦੇ ਨੇ, ਜਕਾਰੇ ਛੱਡ ਦਿੰਦੇ ਨੇ, ਅਤੇ ਸਾਨੂੰ ਫਿਰ ਕੁਰਾਹੇ ਪਾ ਦਿੰਦੇ ਨੇ, ਅਤੇ ਆਪ ਆਪਣੇ ਰੱਜ ਪੁੱਜ ਕੇ ਘਰਾਂ 'ਚ ਬਹਿ ਜਾਂਦੇ ਨੇ। ਹਾਲੀ ਤੱਕ ਇਸ ਪਾਸੇ ਕੋਈ ਵੀ ਕੰਮ ਨਹੀਂ ਹੋਇਆ। ਕਾਸ਼ ਮੈਂ ਸਮੁੱਚੇ ਸਮਾਜ ਦੇ ਭੈਣਾਂ ਭਾਈਆਂ ਨੂੰ ਬੇਨਤੀ ਕਰਦਾ
कि सारे इस पासे सोचो कि आपां वध तो वध स्टडी करिए ਤਾਂ ਕਿ ਅਸੀਂ ਇਸ ਪਾਸੇ ਸੁਧਾਰ ਲਈ ਇਹਨਾਂ ਨੂੰ ਮਜਬੂਰ ਕਰ ਸਕੀਏ ਕਿ ਤੁਸੀਂ ਵਿਹਲੇ ਬੈਠ ਕੇ ਲੱਖਾਂ ਰੁਪਈਏ ਕਰੋੜਾਂ ਰੁਪਈਏ ਸਾਡੇ ਭੇਟਾਂ ਦੇ ਦਿੱਤੇ ਹੋਏ ਉਜਾੜ ਰਹੇ ਹੋ, ਖਾ ਰਹੇ ਹੋ, ਬਰਬਾਦ ਕਰ ਰਹੇ ਹੋ। ਤੁਸੀਂ ਕੋਈ ਸਮਾਜ ਭਲੇ ਦਾ ਕੰਮ ਵੀ ਕਦੇ ਕਰੋਗੇ? ਇਹ ਸਵਾਲ ਵੀ ਕਦੀ ਇਹਨਾਂ ਨੂੰ ਕਰਨ ਜੋਗੇ ਆਪਾਂ ਬਣ ਜਾਈਏ। ਸਵਾਲ ਨੰਬਰ 234 ਭਾਈ ਗੁਰਪ੍ਰੀਤ ਸਿੰਘ ਧਮੋਟ ਜ਼ਿਲ੍ਹਾ ਲੁਧਿਆਣਾ ਤੋਂ। ਇਹਨਾਂ ਦਾ ਸਵਾਲ ਹੈ ਕਿ ਅੰਮ੍ਰਿਤ ਛਕ ਕੇ ਮੀਟ ਖਾਣ ਨਾਲ ਅੰਮ੍ਰਿਤ ਭੰਗ ਹੋ ਜਾਂਦਾ ਹੈ। ਇਹ ਪੁਜਾਰੀ ਤਬਕੇ ਨੇ ਬਹੁਤ ਭਰਮ ਸਾਡੇ ਮਨਾਂ 'ਚ ਪਾਇਆ, ਕੇਵਲ ਗੁਰਮਤ ਨੂੰ, ਸਿੱਖੀ ਨੂੰ ਖਾਣ ਪੀਣ ਤੱਕ ਸੀਮਿਤ ਕਰ ਦਿੱਤਾ ਹੈ। ਗਿਆਨ ਵਾਲੇ ਪਾਸੇ ਸਿੱਖਾਂ ਨੂੰ ਕਦੇ ਕੁਝ ਵੀ ਨਹੀਂ ਦੱਸਿਆ ਜਾਂਦਾ ਕਿ ਤੁਸੀਂ ਕਿੰਨੇ ਸਿਆਣੇ, ਅਕਲਮੰਦ, ਹਿੰਮਤੀ ਅਤੇ ਵਹਿਮਾਂ ਭਰਮਾਂ ਤੋਂ ਮੁਕਤ। ਇਹ ਸਾਰਾ ਕੁਝ ਸਾਨੂੰ ਦੱਸਣ ਵਾਸਤੇ ਕੋਈ ਵੀ ਅਦਾਰਾ ਨਹੀਂ ਹੈ। ਰਹੀ ਮਾਸ ਖਾਣ ਦੀ ਗੱਲ, ਜਦੋਂ ਸਿੱਖ ਜੰਗਾਂ ਯੁੱਧਾਂ ਦੇ ਵਿੱਚ ਜੰਗਲਾਂ 'ਚ ਰਹਿੰਦੇ ਸੀ ਮਿਸਲਾਂ ਦੇ ਸਮੇਂ 'ਤੇ, ਉਦੋਂ ਕਿਹੜੇ ਸਾਨੂੰ ਆਲੂਆਂ ਵਾਲੇ ਪਰੌਂਠੇ ਮਿਲਦੇ ਸੀ ਸਿੱਖਾਂ ਨੂੰ? ਉਦੋਂ ਜੰਗਲਾਂ 'ਚ ਹਿਰਨ, ਸੂਰ ਜਾਂ ਜਿਹੜੇ ਹੋਰ ਜਾਨਵਰ ਉੱਥੇ ਮਿਲ ਸਕਦੇ ਸੀ, ਉਹਨਾਂ ਨੂੰ ਹੀ ਭੁੰਨ ਕੇ ਜਿਵੇਂ ਵੀ ਰੁੱਖੇ ਸਿੱਖੇ ਉਹ ਖਾ ਲੈਂਦੇ ਸੀ, ਪੇਟ ਪੂਰਤੀ ਕਰਦੇ ਸੀ। ਹੋਰ ਤਾਂ ਜੰਗਲਾਂ 'ਚ ਖਾਣ ਨੂੰ ਵੀ ਕੁਝ ਨਹੀਂ ਸੀ ਮਿਲਦਾ। ਅੱਜ ਵਰਗੇ ਉਦੋਂ ਅੰਨ ਦਾਣੇ ਦੇ ਸਾਧਨ ਵੀ ਨਹੀਂ ਸੀ, ਸਬਜ਼ੀਆਂ ਫਲ ਫਰੂਟ ਵੀ ਅੱਜ ਵਾਂਗੂ ਨਹੀਂ ਸੀ, ਅਤੇ ਚੱਕੀਆਂ ਆਟਾ ਪੀਸਣ ਨੂੰ ਅਤੇ ਗੈਸ ਦੇ ਚੁੱਲ੍ਹੇ ਇਹ ਤਾਂ ਕਿਤੇ ਵੀ ਨਹੀਂ ਸੀ। ਗੁਰੂ ਪਿਆਰ ਵਾਲਿਓ, ਉਦੋਂ ਜੰਗਲੀ ਜੀਵਨ ਜਿਉਣ ਵਾਲਿਆਂ ਨੂੰ ਮੀਟ ਖਾਣਾ ਹੀ ਪੈਣਾ ਸੀ ਅਤੇ ਉਹਨਾਂ ਨੇ ਖਾਧਾ, ਇਹਦੇ ਵਿੱਚ ਕੋਈ ਮਨਾਹੀ ਨਹੀਂ ਸੀ। ਗੁਰੂ ਨਾਨਕ ਸਾਹਿਬ ਬਾਰੇ ਤਾਂ ਇਹ ਆਮ ਪ੍ਰਚਲਿਤ ਹੈ ਸਾਖੀ ਕਿ ਉਹਨਾਂ ਨੇ ਕੁਰੂਕਸ਼ੇਤਰ ਸੂਰਜ ਗ੍ਰਹਿਣ ਦੇ ਟਾਈਮ 'ਤੇ ਆਪ ਜਾ ਕੇ ਆਪਣੇ ਸੇਵਕ ਨੂੰ ਕਹਿ ਕੇ ਇੱਕ ਹਿਰਨ ਮੰਗਵਾਇਆ, ਜਿਹੜਾ ਕਿ ਪਹਿਲਾਂ ਪਲਾਨਿੰਗ ਬਣਾਈ ਸੀ। ਹਿਰਨ ਨੂੰ ਉੱਥੇ ਉਹਦਾ ਮਾਸ ਤਿਆਰ ਕੀਤਾ ਗਿਆ, ਕੱਟ ਵੱਢ ਕੇ ਉਹਨੂੰ ਚੁੱਲ੍ਹੇ 'ਤੇ ਰੱਖਿਆ ਗਿਆ, ਅਤੇ ਜਦੋਂ ਉਹਦੀ ਮਹਿਕ ਚਾਰੇ ਪਾਸੇ ਫੈਲ ਗਈ ਤਾਂ ਉੱਥੇ ਪੁਜਾਰੀ ਤਬਕਾ ਇਕੱਠਾ ਹੋ ਕੇ ਆ ਗਿਆ ਕਿ ਤੁਸੀਂ ਇੱਥੇ ਮਾਸ ਕਿਉਂ ਤਿਆਰ ਕਰਨ ਲੱਗੇ ਹੋ? ਇੱਥੇ ਤਾਂ ਅਸੀਂ ਕਿਸੇ ਨੂੰ ਖਾਣਾ ਵੀ ਖਾਣ ਨਹੀਂ ਦਿੰਦੇ, ਤੁਸੀਂ ਮੀਟ ਬਣਾਈ ਜਾਂਦੇ ਹੋ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਹਿਲਾਂ ਮੇਰੇ ਨਾਲ ਗੱਲਬਾਤ ਕਰ ਲਓ। ਕਹਾਣੀਕਾਰਾਂ ਨੇ ਤਾਂ ਬੜੀਆਂ ਘਟੀਆ ਕਹਾਣੀਆਂ ਬਣਾਈਆਂ ਨੇ ਕਿ ਉਹ ਤਾਂ ਜੀ ਬਾਅਦ ਦੇ ਵਿੱਚ ਕੜਾਹ ਪ੍ਰਸ਼ਾਦ ਬਣ ਗਿਆ, ਖੀਰ ਬਣ ਗਈ। ਇਹੋ ਜਿਹਾ ਕੁਛ ਨਹੀਂ ਹੈ। 1299 ਨੰਬਰ ਪੰਨੇ 'ਤੇ, ਭਾਵ ਕਿ 1 2 8 9 ਪੰਨਾ 1299, ਤੁਸੀਂ ਇਸ ਪੰਨੇ 'ਤੇ ਆਪ ਪੜ੍ਹ ਸਕਦੇ ਹੋ। ਗੁਰੂ ਨਾਨਕ ਸਾਹਿਬ ਸ਼ਰੇਆਮ ਕਹਿ ਰਹੇ ਨੇ ਕਿ ਮੂੰਹ ਮਾਸੈ ਕਾ ਜੀ ਮਾਸੈ ਕੀ ਹਮ ਮਾਸੈ ਕੇ ਭਾਂਡੇ, ਗਿਆਨ ਧਿਆਨ ਕੇ ਸੂਝੈ ਨਾਹੀ ਚਤਰ ਕਹਾਵੈ ਪਾਂਡੇ। ਉਹ ਭਲਿਆ ਮਾਨਸਾ, ਸਾਰਾ ਸਰੀਰ ਸਾਡਾ ਮਾਸ ਦਾ ਬਣਿਆ ਹੋਇਆ, ਇਹ ਜੀਵ ਆਦਿਕ ਅਤੇ ਸਾਰਾ ਮੂੰਹ ਇਹ ਮਾਸ ਦਾ ਬਣਿਆ ਹੋਇਆ। ਬੱਚਾ ਮਾਸ ਦਾ ਲੋਥੜਾ ਹੀ ਪੈਦਾ ਹੁੰਦਾ ਅਤੇ ਜਦੋਂ ਜਨਮ ਲੈ ਕੇ ਉਹ ਦੁੱਧ ਪੀਂਦਾ ਅਤੇ ਮਾਂ ਆਪਣੇ ਛਾਤੀ ਇੱਕ ਮਾਸ ਦਾ ਟੁਕੜਾ ਉਹਦੇ ਮੂੰਹ 'ਚ ਪਾਉਂਦੀ ਹੈ। ਪਿਆਰਿਓ, ਇਹਨਾਂ ਝਗੜਿਆਂ 'ਚ ਨਾ ਪਾਓ। ਅਤੇ ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਤੁਸੀਂ ਮਾਸ ਖਾਣ ਵਾਲੇ ਅਮੀਰ ਲੋਕਾਂ ਦਾ, ਰਾਜੇ ਮਹਾਰਾਜਿਆਂ ਦਾ ਦਿੱਤਾ ਹੋਇਆ ਦਾਨ ਲੈ ਰਹੇ ਹੋ। ਰਾਜੇ ਮਾਸ ਖਾਂਦੇ ਨੇ, ਤੁਸੀਂ ਉਹਨਾਂ ਰਾਜਿਆਂ ਦਾ ਦਿੱਤਾ ਦਾਨ ਲੈ ਰਹੇ ਹੋ ਅਤੇ ਉਹਨਾਂ ਨੂੰ ਕਹਿ ਰਹੇ ਹੋ ਨਰਕਾਂ 'ਚ ਜਾਓਗੇ ਕਿਉਂਕਿ ਮਾਸ ਖਾਂਦੇ ਹੋ। ਤੁਸੀਂ ਉਹਨਾਂ ਤੋਂ ਦਾਨ ਲੈ ਕੇ ਪੇਟ ਪੂਰਤੀ ਕਰਨ ਵਾਲੇ, ਤੁਸੀਂ ਸਰਗਾਂ ਦੀ ਟਿਕਟ ਲਈ ਬੈਠੇ ਹੋ। ਇੱਥੇ ਤਾਂ ਗੁਰੂ ਨਾਨਕ ਸਾਹਿਬ ਨੇ ਸਿੱਧਾ ਕਹਿ ਦਿੱਤਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਸਾਗ ਕੌਣ ਮਾਸ ਕਹਾਵੈ, ਕਿਸ ਮੈਂ ਪਾਪ ਸਮਾਣੈ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿਹਦੇ 'ਚ ਪਾਪ ਹੈ, ਕਿਹਦੇ 'ਚ ਪੁੰਨ ਹੈ। ਤੁਸੀਂ ਤਾਂ ਮਾਸ ਮਾਸ ਦਾ ਝਗੜਾ ਖੜਾ ਕੀਤਾ ਅਤੇ ਦੁਸ਼ਮਣੀਆਂ ਪਾਈਆਂ ਨੇ। ਅਤੇ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਨੇ, ਭਾਈ ਪਾਣੀ ਵੀ ਮਾਸ ਦਾ ਰੂਪ ਹੈ। ਇਹ ਪਾਣੀ ਦੇ ਨਾਲ ਹਰੇਕ ਜੀਵ ਬਚਦਾ, ਪੈਦਾ ਹੁੰਦਾ ਅਤੇ ਅੱਗੋਂ ਉਹਦੀ ਜ਼ਿੰਦਗੀ ਚੱਲਦੀ ਹੈ। ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਧਾਣੀ, ਇਹ ਸਾਰਾ ਕੁਝ ਗੁਰੂ ਨਾਨਕ ਸਾਹਿਬ ਨੇ ਇਸੇ ਸ਼ਬਦ ਦੇ ਵਿੱਚ ਲਿਖਿਆ ਹੋਇਆ ਅਤੇ ਕਦੀ ਆਪ ਪੜ੍ਹ ਕੇ ਵੇਖ ਲਿਓ। ਸੋ ਮਾਸ ਖਾਣ ਦੇ ਨਾਲ ਕੋਈ ਜਿਹੜੀ ਅੰਮ੍ਰਿਤ ਭੰਗ ਨਹੀਂ ਹੁੰਦਾ। ਇਹ ਤਾਂ ਸਾਧਾਂ ਸੰਤਾਂ ਨੇ, ਡੇਰੇਦਾਰਾਂ ਨੇ ਸਾਡਾ ਜੰਗਜੂ ਸੁਭਾਅ, ਜਿਹੜਾ ਦਲੇਰੀ ਵਾਲਾ ਸੁਭਾਅ, ਇਹ ਖਤਮ ਕਰਨ ਵਾਸਤੇ ਸਾਨੂੰ ਸਾਰੇ ਪਾਸਿਓਂ ਡਰਾ ਦਿੱਤਾ। ਜਿਹੜਾ ਇੱਕ ਕੁੱਕੜ ਮੁਰਗਾ ਨਹੀਂ ਮਾਰ ਸਕਦਾ, ਬੱਕਰੀ ਭੇਡ ਮਾਰ ਕੇ ਨਹੀਂ ਖਾ ਸਕਦਾ, ਉਹ ਕੱਲ੍ਹ ਨੂੰ ਆਪਣੇ ਆਪ ਨੂੰ ਸ਼ੇਰ ਕਿਵੇਂ ਅਖਵਾਵੇਗਾ? ਸਿੰਘ ਅਤੇ ਸ਼ੇਰ ਅਖਵਾਉਣ ਵਾਲਿਓ, ਕਦੀ ਸੋਚੋ। ਅਤੇ ਤੁਸੀਂ ਦਲੇਰ ਕਿਵੇਂ ਬਣੋਗੇ, ਹਿੰਮਤੀ ਕਿਵੇਂ ਬਣੋਗੇ? ਮੇਰਾ ਇਹ ਭਾਵ ਬਿਲਕੁਲ ਨਹੀਂ ਕਿ ਤੁਸੀਂ ਜਾਨਵਰਾਂ ਨੂੰ ਜਾਂ ਬੰਦਿਆਂ ਨੂੰ ਦਲੇਰ ਬਣ ਕੇ ਮਾਰਨ ਚੱਲ ਪਓ। ਭਾਵਨਾ ਇਹ ਹੈ
कि जो अज दा ढंग है मीट खाण दा दुकानां तो मिलता है, जां आप सबूता जानवर लैके तुसीं आप उहनूं तैयार कर सकते हो मांस खाण वास्ते, तां इहदे विच कोई मनाही नहीं है, तुहानूं खाण दी इजाज़त है। जिहड़ी सिख रहत मर्यादा पंथ प्रमाणित आखी जाती है, श्रोमणी कमेटी वालों छपी हुई है, ਉਹਦੇ ਵਿੱਚ भी हलाल किया मांस खाण की मनाही की गई है, दूजे मांस की कोई मनाही नहीं है। सो अपने मन को मजबूत करो और ज्ञानवान बनो। ये तुहाडी मर्जी है कि तुसीं की खाना है ते की नहीं खाना, ते मांस की कोई मनाही नहीं है। सवाल नंबर 235 भाई दलजीत सिंह इटली तो। इन्हां दा सवाल है, बिन बोलिया सब कुछ जानदा किस आगे कीचै अरदास जियो, ਇਹਦੇ ਬਾਰੇ ਸਪਸ਼ਟ ਕਰੋ। ਤੇ ਇੱਕ ਇਹਨਾਂ ਨੇ ਨਾਲ ਹੀ ਸ਼ਬਦ ਦੀ ਪੰਕਤੀ ਦਿੱਤੀ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਆ। ਇੱਥੇ ਪਹਿਲਾਂ ਆਪਾਂ ਬਿਨ ਬੋਲਿਆ ਸਭ ਕੁਝ ਜਾਣਦਾ ਇਹਦੇ ਬਾਰੇ ਵਿਚਾਰ ਕਰ ਲਈਏ। ਪਹਿਲੀ ਗੱਲ ਤਾਂ ਜਦੋਂ ਆਪਾਂ ਪੂਰਾ ਸ਼ਬਦ ਪੜ੍ਹਾਂਗੇ, ਪੂਰਾ ਸ਼ਲੋਕ ਪੜ੍ਹਾਂਗੇ, ਗੱਲ ਵਿੱਚੋਂ ਹੀ ਕਲੀਅਰ ਹੋ ਜਾਂਦੀ ਹੈ। ਇੱਕ ਪੰਕਤੀ ਜਦੋਂ ਪੜ੍ਹਾਂਗੇ ਤਾਂ ਭੁਲੇਖਾ ਲੱਗਣ ਦੀ ਗੁੰਜਾਇਸ਼ ਹੈ। ਇੱਥੇ ਗੁਰੂ ਅਮਰਦਾਸ ਸਾਹਿਬ 1420 ਪੰਨੇ ਤੇ ਬਬੀਹੇ ਨੂੰ ਸੰਬੋਧਨ ਕਰਕੇ, ਭਾਵ ਕਿ ਬਬੀਹਾ ਪਾਣੀ ਦੀਆਂ ਬੂੰਦਾਂ ਨੂੰ ਮੰਨਿਆ ਜਾਂਦਾ ਹੈ ਕਿ ਉਹ ਬਿਲਕਦਾ ਹੈ, ਤੜਫਦਾ ਹੈ ਤੇ ਉਹਦੇ ਤੋਂ ਖੁਸ਼ ਹੋ ਕੇ ਬੱਦਲਾਂ 'ਚੋਂ ਮੀਂਹ ਪੈ ਜਾਂਦਾ ਹੈ। ਇਹ ਪੁਰਾਤਨ ਮਾਨਤਾਵਾਂ ਨੇ। ਉਸੇ ਮਾਨਤਾ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਢੰਗ ਨਾਲ ਸਿੱਖ ਨੂੰ ਬਬੀਹੇ ਦੇ ਰੂਪ 'ਚ ਪੇਸ਼ ਕਰਕੇ ਸੰਬੋਧਨ ਹੋਏ ਨੇ। ਉਹ ਕਹਿੰਦੇ ਨੇ, ਬਬੀਹਾ ਸਗਲੀ ਧਰਤੀ ਜੇ ਫਿਰੈ ਊੜ ਚੜ੍ਹੈ ਆਕਾਸ। ਹੇ ਬਬੀਹਿਆ, ਜੇ ਤੂੰ ਸਾਰੀ ਧਰਤੀ ਵੀ ਘੁੰਮ ਆਵੇਂ, ਲੰਮੀ ਉਡਾਰੀ ਮਾਰ ਕੇ ਆਕਾਸ਼ 'ਚ ਉੱਚਾ ਚੜ੍ਹ ਜਾਵੇਂ। ਸਤਿਗੁਰ ਮਿਲਿਆ ਜਲ ਪਾਈ ਐ ਚੁੱਕੈ ਭੂਖ ਪਿਆਸ। ਤੈਨੂੰ ਹੋਰ ਕਿਤੋਂ ਕੁਝ ਵੀ ਪ੍ਰਾਪਤ ਨਹੀਂ ਹੋਣਾ। ਤੈਨੂੰ ਜੇ ਸਤਿਗੁਰੂ ਦਾ ਦਿੱਤਾ ਗਿਆਨ ਮਿਲ ਜਾਵੇ, ਉਹ ਗਿਆਨ ਦੇ ਨਾਲ ਤੇਰੀ ਭੁੱਖ ਪਿਆਸ ਮਿਟ ਜਾਵੇਗੀ। ਜੀਓ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਪਾਸ। ਸਾਰਾ ਕੁਛ ਉਹਨੇ ਸਾਨੂੰ ਜਦੋਂ ਦਿੱਤਾ ਹੈ, ਇਹ ਦੇ ਦਿੱਤੀ ਹੈ, ਇਹਦੇ ਵਿੱਚ ਜਿੰਦ ਜਾਨ ਪਾ ਦਿੱਤੀ ਹੈ, ਤੇ ਤੂੰ ਇੰਨਾ ਫਿਕਰ ਕਿਉਂ ਕਰਦਾ? ਸਾਰਾ ਕੁਝ ਇੱਥੇ ਤੇਰੀਆਂ ਲੋੜਾਂ ਵਾਲਾ ਮੌਜੂਦ ਪਿਆ। ਸਭ ਕੁਛ ਤਿਸ ਕੈ ਪਾਸ, ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਆਗੈ ਕੀਚੈ ਅਰਦਾਸ। ਉਹ ਤਾਂ ਸਾਰਾ ਕੁਝ ਤੇਰੇ ਬੋਲਣ ਤੋਂ ਬਿਨਾਂ ਹੀ ਜਾਣਦਾ ਹੈ, ਤੇ ਅਰਦਾਸ ਤੇਰੀ ਕਰਨ ਦਾ ਕੀ ਫਾਇਦਾ, ਮਿੰਨਤਾਂ ਕਰਨ ਦਾ ਕੀ ਫਾਇਦਾ। ਤੈਨੂੰ ਪਦਾਰਥਾਂ ਬਾਰੇ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਮੇਰੀ ਖੁਰਾਕ, ਮੇਰੀ ਲੋੜ ਕਿੱਥੇ ਹੈ, ਮੈਂ ਕਿਵੇਂ ਪ੍ਰਾਪਤ ਕਰਨੀ ਹੈ। ਆਪਣੇ ਅੰਦਰ ਸਿਆਣਪ ਅਤੇ ਹਿੰਮਤ, ਹੌਸਲਾ ਪੈਦਾ ਕਰ। ਉਹ ਤਾਂ ਸਾਰਾ ਕੁਝ ਤੇਰੇ ਅੰਦਰੋਂ ਪੈਦਾ ਹੋਣਾ ਹੈ, ਬਾਹਰੋਂ ਤੈਨੂੰ ਕੁਝ ਨਹੀਂ ਮਿਲਣਾ, ਬਲਕਿ ਤੇਰੇ ਅੰਦਰ ਜੋ ਨਿਰੰਕਾਰ ਦੀ ਜੋਤ ਹੈ, ਨਿਯਮ ਕੰਮ ਕਰ ਰਿਹਾ, ਉਹਦੇ ਤੋਂ ਤੂੰ ਲਾਹਾ ਲੈ। ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ। ਇੱਥੇ ਆ ਕੇ ਗੱਲ ਕਲੀਅਰ ਹੋ ਜਾਂਦੀ ਹੈ ਕਿ ਉਹ ਤਾਂ ਜ਼ਰੇ ਜ਼ਰੇ ਦੇ ਵਿੱਚ ਆਪ ਵਰਤਦਾ ਹੈ। ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਕਾਸ਼। ਤੇ ਪ੍ਰਕਾਸ਼ ਕਿਵੇਂ ਹੋਣਾ ਹੈ? ਭਾਵ ਕਿ ਗਿਆਨ ਦੇ ਰਾਹੀਂ ਅੰਦਰ ਹਿਰਦੇ 'ਚ ਚਾਨਣ ਹੋਣਾ ਹੈ, ਦਿਮਾਗ ਕੰਮ ਕਰਨ ਲੱਗ ਪੈਣਾ ਹੈ, ਤੇ ਫਿਰ ਸਾਨੂੰ ਸੋਝੀ ਆ ਜਾਣੀ ਹੈ। ਅਸੀਂ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਆਪ ਹੀ ਆਪਣੇ ਆਪ ਨੂੰ ਤਿਆਰ ਕਰ ਲੈਣਾ। ਤਾਂ ਇਸੇ ਤਰ੍ਹਾਂ ਅੱਗੇ ਜਿਹੜਾ ਇੱਕ ਸ਼ਬਦ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਇੱਥੇ ਹੈ ਸਾਧ ਸੰਗਤ ਦੀ ਗੱਲ ਹੋ ਰਹੀ ਹੈ ਕਿ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਭਾਈ ਮੈਂ ਸਾਰਾ ਸੰਸਾਰ ਘੁੰਮ ਕੇ ਵੇਖ ਲਿਆ, ਭਾਵ ਕਿ ਬੜਾ ਕੁਝ ਵੇਖ ਲਿਆ, ਬੜੀ ਲੋਕਾਂ ਨੂੰ ਮਿਲ ਲਿਆ, ਤੇ ਇਹ ਜਿਹੜੀ ਸਾਧ ਸੰਗਤ ਹੈ ਇਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਇਹ ਤਾਂ ਬੱਧੋ ਪੁਰਖ ਵਿਧਾਤਾ ਹੈ। ਇੱਥੇ ਹੀ ਮਾਨੋ ਰੱਬ ਦਾ ਜਿਹੜਾ ਗਿਆਨ ਹੈ ਉਹ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਤੇ ਤੁਹਾਡਾ ਮਾਨਸਿਕ ਵਿਕਾਸ ਹੁੰਦਾ ਹੈ। ਤੇ ਜੇ ਤੁਸੀਂ ਸੰਗਤ ਦੇ ਵਿੱਚ ਜੁੜਨ ਨੂੰ ਹੀ ਤਿਆਰ ਨਹੀਂ, ਤੁਸੀਂ ਜਾਤ ਪਾਤ ਨੂੰ ਛੱਡਣ ਨੂੰ ਹੀ ਤਿਆਰ ਨਹੀਂ, ਕੋਈ ਅਕਲ ਗਿਆਨ ਲੈਣ ਨੂੰ ਹੀ ਤਿਆਰ ਨਹੀਂ, ਤਾਂ ਤੁਹਾਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਲੱਗਣਾ, ਤੁਸੀਂ ਜ਼ਿੰਦਗੀ 'ਚ ਸਫਲ ਇਨਸਾਨ ਨਹੀਂ ਬਣਨਾ। ਅੱਜ ਤਾਂ ਸਕੂਲ, ਕਾਲਜ, ਯੂਨੀਵਰਸਿਟੀਆਂ ਜਾਂ ਇਹ ਮੀਡੀਆ ਦਾ ਯੁੱਗ ਹੈ, ਸਾਨੂੰ ਪੜ੍ਹਨ ਨੂੰ, ਸੁਣਨ ਨੂੰ ਹੋਰ ਬਹੁਤ ਢੰਗਾਂ ਨਾਲ ਅਨੇਕਾਂ ਗਿਆਨਵਾਨ ਕਿਤਾਬਾਂ ਆਦਿਕ ਵਿਦਵਾਨਾਂ ਦੇ ਵਿਚਾਰ ਮਿਲ ਜਾਂਦੇ ਨੇ। ਉਹਨਾਂ ਜ਼ਮਾਨਿਆਂ 'ਚ ਤਾਂ ਸੰਗਤ ਤੋਂ ਸਿਵਾਏ, ਆਪਣੇ ਗੁਰੂ ਤੋਂ ਸਿਵਾਏ ਹੋਰ ਕੁਝ ਵੀ ਸੁਣਨ ਨੂੰ, ਪੜ੍ਹਨ ਨੂੰ ਕਿਤੇ ਨਹੀਂ ਸੀ ਮਿਲਦਾ। ਜਿਹਦਾ ਗੁਰੂ ਸਿਆਣਾ ਹੈ, ਜਿਹਦਾ ਆਗੂ ਚੰਗਾ ਹੈ,
ਤੇ ਜਿਹਦੀ ਸੰਗਤ ਦੇ ਵਿੱਚ ਚੰਗਾ ਮੇਲ ਮਿਲਾਪ ਹੋ ਰਿਹਾ, ਵਿਦਵਾਨ ਆਉਂਦੇ ਨੇ, ਉੱਥੇ ਕੁਝ ਪ੍ਰਾਪਤੀ ਹੋ ਜਾਂਦੀ ਹੈ, ਮਾਨਸਿਕ ਵਿਕਾਸ ਹੋ ਜਾਂਦਾ ਹੈ। ਨਹੀਂ ਤਾਂ ਸਾਰੇ ਪਾਸੇ ਇਸੇ ਤਰ੍ਹਾਂ ਚੱਲ ਰਿਹਾ ਸੀ। ਤੇ ਸਤਿਗੁਰੂ ਕਹਿੰਦੇ ਨੇ, ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇੱਥੇ ਰਾਮਦਾਸਪੁਰ ਤੋਂ ਮਤਲਬ ਇਹ ਨਹੀਂ ਹੈ ਕਿ ਗੁਰੂ ਰਾਮਦਾਸ ਸਾਹਿਬ ਦੇ ਉਸ ਸ਼ਹਿਰ ਨੂੰ ਜਾਂ ਉਸ ਸਰੋਵਰ ਨੂੰ ਆਖਿਆ ਜਾ ਰਿਹਾ, ਉਹ ਨਹੀਂ ਹੈ ਗੱਲ। ਹਰ ਹਾਂ ਨਾਨਕ ਕਸਮਲ ਜਾਹੇ ਨਹਾਈਐ ਰਾਮਦਾਸਰ। ਵਿਕਾਰ ਚਲੇ ਜਾਣ, ਜਿੱਥੇ ਇਸ਼ਨਾਨ ਕਰਕੇ ਅਸੀਂ ਪਵਿੱਤਰ ਹੋ ਜਾਈਏ, ਭਾਵ ਕਿ ਮਨ ਦੇ ਵਿਕਾਰ ਦੂਰ ਹੋ ਜਾਣ, ਸਰੀਰ ਦੀ ਮੈਲ ਦੂਰ ਹੋ ਜਾਵੇ, ਇਹੋ ਜਿਹਾ ਅਸੀਂ ਇਸ਼ਨਾਨ ਕਰੀਏ। ਵਿਕਾਰਾਂ ਦੀ ਮੈਲ ਇਹ ਚੰਗੇ ਗਿਆਨ ਨਾਲ, ਗੁਰੂ ਦੀ ਮੱਤ ਨਾਲ ਦੂਰ ਹੋਣੀ ਹੈ, ਅਤੇ ਪਾਣੀ ਨਾਲ ਸਰੀਰ ਦਾ ਜਿਹੜਾ ਇਸ਼ਨਾਨ ਹੈ ਉਹ ਤਾਂ ਹੋ ਹੀ ਜਾਣਾ। ਇਹਨਾਂ ਗੱਲਾਂ ਨੂੰ ਇਸ ਪਾਸੇ ਆਪਾਂ ਲੈਣਾ। ਜੇ ਕੇਵਲ ਅਰਦਾਸਾਂ ਹੀ ਕਰੀ ਗਏ ਤਾਂ ਫਿਰ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਾਂਗੇ, ਸਾਰੇ ਚੌਂਕੜੇ ਮਾਰ ਕੇ ਬਹਿ ਜਾਵਾਂਗੇ, ਰੱਬ ਨੂੰ ਆਪਣਾ ਨੌਕਰ ਮੰਨ ਲਵਾਂਗੇ, ਪਰ ਇਸ ਤਰ੍ਹਾਂ ਮਿਲਣਾ ਕੁਝ ਵੀ ਨਹੀਂ। ਅੱਜ ਵੀ ਲੱਖਾਂ ਕਰੋੜਾਂ ਲੋਕ ਭੁੱਖੇ ਮਰਦੇ ਨੇ, ਉਹ ਚੀਕਾਂ ਮਾਰਦੇ ਨੇ, ਰੱਬ ਅੱਗੇ ਤਰਲੇ ਕਰਦੇ ਨੇ, ਅਤੇ ਉਹ ਰੱਬ ਇਸ ਤਰ੍ਹਾਂ ਕਿਸੇ ਨੂੰ ਕੁਝ ਵੀ ਨਹੀਂ ਦਿੰਦਾ। ਆਪ ਉੱਦਮ ਹਿੰਮਤ ਕਰਨੀ ਪਵੇਗੀ। ਸਵਾਲ ਨੰਬਰ 236 ਭਾਈ ਸੁਖਵਿੰਦਰ ਸਿੰਘ USA ਤੋਂ। ਇਹਨਾਂ ਦਾ ਸਵਾਲ ਹੈ, ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦਾ ਵਿਆਹ ਕਿਸ ਰੀਤ ਨਾਲ ਹੋਇਆ? ਗੁਰੂ ਪਿਆਰ ਵਾਲਿਓ, ਨਿਮਰਤਾ ਸਹਿਤ ਬੇਨਤੀ ਹੈ, ਇਸ ਸਵਾਲ ਦੇ ਨਾਲ ਸਾਡਾ ਅੱਜ ਕੋਈ ਮਸਲਾ ਹੱਲ ਨਹੀਂ ਹੋਣਾ। ਉਹਨਾਂ ਦਾ ਵਿਆਹ ਹੋ ਗਿਆ, ਜਿਸ ਰੀਤ ਨਾਲ ਵੀ ਹੋਇਆ ਉਹ ਪ੍ਰਚਲਿਤ ਰੀਤ ਦੇ ਮੁਤਾਬਕ ਉਹਨਾਂ ਨੇ ਵਿਆਹ ਕਰਾ ਲਿਆ। ਅਤੇ ਅਸੀਂ ਅੱਜ ਦੇ ਹਾਲਾਤ ਦੇ ਮੁਤਾਬਕ ਜਿਹੜੇ ਸਾਡੇ ਵਿਆਹ ਸ਼ਾਦੀਆਂ ਨੇ ਉਹਨਾਂ ਦੇ ਵਿੱਚ ਸੁਧਾਰ ਪਹਿਲਾਂ ਕਈ ਤਰ੍ਹਾਂ ਦੇ ਹੋਏ ਨੇ ਅਤੇ ਅੱਗੋਂ ਹੁੰਦੇ ਰਹਿਣਗੇ। ਆਪਾਂ ਸੋਚਣਾ ਹੈ ਕਿ ਅਸੀਂ ਬਿਨਾਂ ਦਾਜ ਤੋਂ, ਬਿਨਾਂ ਕਿਸੇ ਹੋਰ ਲਾਲਚ ਤੋਂ, ਅਸੀਂ ਸਾਦੇ ਢੰਗ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕਰਨ ਤੋਂ ਬਿਨਾਂ ਵਿਆਹ ਕਰਾਉਣਾ ਹੈ। ਅਤੇ ਅੱਜ ਤਾਂ ਸਿੱਖਾਂ ਦੇ ਵਿੱਚ ਇੰਨਾ ਕੁਝ ਵਿਆਹ ਦੇ ਨਾਮ 'ਤੇ ਹੋ ਗਿਆ, ਉਹ ਦੱਸਦਿਆਂ ਨੂੰ ਅਤੇ ਸੁਣਦਿਆਂ ਨੂੰ ਵੀ ਸ਼ਰਮ ਆਉਂਦੀ ਹੈ। ਜਿਹੜੀਆਂ ਰੀਤਾਂ ਉਹਨਾਂ ਜ਼ਮਾਨਿਆਂ 'ਚ ਪ੍ਰਚਲਿਤ ਸਨ, ਉਹਨਾਂ ਰੀਤਾਂ ਨਾਲ ਵਿਆਹ ਹੋਇਆ ਹੋਵੇਗਾ, ਕਿਉਂਕਿ ਉਦੋਂ ਹਾਲੇ ਨਵੀਂ ਰੀਤ ਲੋਕਾਂ ਦੇ ਵਿੱਚ ਪ੍ਰਚਲਿਤ ਹੋਣੀ ਸੰਭਵ ਨਹੀਂ ਸੀ। ਪਰ ਇਹ ਸਾਨੂੰ ਲਿਖਤੀ ਰੂਪ ਦੇ ਵਿੱਚ ਕੋਈ ਰਿਕਾਰਡ ਨਹੀਂ ਮਿਲਦਾ ਜਿਹੜਾ ਕਿ ਅਸੀਂ ਇਤਿਹਾਸ ਕਹਿ ਸਕੀਏ ਕਿ ਇਹ ਇਤਿਹਾਸ ਸਾਡਾ ਸੱਚਾ ਹੈ, ਅਤੇ ਇਸ ਗੱਲ ਜਿਹੜੀ ਇਹਦੇ 'ਚੋਂ ਆਪਾਂ ਪੜ੍ਹਾਂਗੇ ਉਹ ਸਹੀ ਮੰਨੀ ਜਾਵੇਗੀ। ਇਹੋ ਜਿਹਾ ਇਤਿਹਾਸ ਸਾਡੇ ਕੋਲ ਨਹੀਂ ਹੈ ਜਿਹਦੇ ਬਾਰੇ ਅਸੀਂ ਇਹ ਕਹਿ ਸਕੀਏ ਕਿ ਇਸ ਕਿਤਾਬ 'ਚੋਂ ਗੁਰੂ ਸਾਹਿਬ ਦੇ ਵਿਆਹਾਂ ਬਾਰੇ ਸੱਚੋ ਸੱਚ ਸਾਨੂੰ ਗਿਆਨ ਮਿਲ ਸਕਦਾ ਹੈ। ਇਹੋ ਜਿਹੀ ਕੋਈ ਕਿਤਾਬ ਨਹੀਂ। ਅੱਡੋ ਅੱਡ ਮਾਨਤਾਵਾਂ ਇਹਦੇ ਵਿੱਚ ਪ੍ਰਚਲਿਤ ਨੇ। ਬਸ ਇਹੋ ਹੀ ਕਹਿ ਸਕਦੇ ਹਾਂ ਕਿ ਜਿਹੜੀਆਂ ਉਹਨਾਂ ਸਮਿਆਂ 'ਚ ਰੀਤੀਆਂ ਸਨ, ਰਿਵਾਜ ਸਨ, ਉਹਨਾਂ ਦੇ ਵਿੱਚ ਸਾਦਗੀ ਨਾਲ ਗੁਰੂ ਸਾਹਿਬ ਦਾ ਵਿਆਹ ਹੋ ਗਿਆ। ਪਰ ਇੰਨਾ ਦੇਖਣ ਦੀ ਲੋੜ ਹੈ ਕਿ ਉਹਨਾਂ ਨੇ ਆਪਣੇ ਜੀਵਨ ਸਾਥੀ ਪਤਨੀਆਂ ਨਾਲ ਜ਼ਿੰਦਗੀ ਕਿੰਨੇ ਵਧੀਆ ਢੰਗ ਦੇ ਨਾਲ ਨਿਭਾਈ, ਅਤੇ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਦਾ ਕਿੰਨੇ ਵਧੀਆ ਢੰਗ ਦੇ ਨਾਲ ਉਹਨਾਂ ਦਾ ਸਾਥ ਦਿੱਤਾ, ਸਮਾਜ ਕਲਿਆਣ ਵਾਸਤੇ ਆਪਣਾ ਬਣਦਾ ਸਾਰਾ ਪੂਰਾ ਯੋਗਦਾਨ ਪਾਇਆ। ਗੱਲ ਇਹ ਦੇਖਣ ਵਾਲੀ ਹੈ ਉਹ ਕਿਹੜੀ ਰੀਤੀ ਨਾਲ ਵਿਆਹ ਹੋਇਆ। ਇਹਦੇ ਪਿਛੋਕੜ ਦੇ ਵਿੱਚ ਸਾਨੂੰ ਇਤਿਹਾਸਕ ਸਬੂਤ ਨਹੀਂ ਮਿਲਦੇ ਕਿ ਵਿਆਹ ਕਿਵੇਂ ਹੋਇਆ। ਸਵਾਲ ਨੰਬਰ 237 ਭਾਈ ਰਜਿੰਦਰ ਸਿੰਘ ਜੰਮੂ। ਇਹਨਾਂ ਦਾ ਸਵਾਲ ਹੈ ਕਿ ਸਰੋਪੇ ਦੀ ਕੀ ਮਰਿਆਦਾ ਹੈ? ਜਰਾ ਕੁ ਧਿਆਨ ਦੇਣ ਦੀ ਲੋੜ ਹੈ। ਪੁਰਾਤਨ ਸਮਿਆਂ 'ਚ ਜਦੋਂ ਕਿਸੇ ਨੂੰ ਕੋਈ ਬਾਦਸ਼ਾਹ ਸਨਮਾਨਿਤ ਕਰਦਾ ਸੀ ਤਾਂ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਦੀ ਪੁਸ਼ਾਕ ਦਿੱਤੀ ਜਾਂਦੀ ਸੀ, ਜਿਹੜੀ ਕਿ ਉਹਦੀ ਹੈਸੀਅਤ ਦੇ ਮੁਤਾਬਕ ਮਹਿੰਗੀ ਜਾਂ ਸਸਤੀ ਹੋ ਸਕਦੀ ਹੈ, ਭਾਵ ਕਿ ਕਿਸੇ ਨੂੰ ਕਿੰਨਾ ਕੁ ਸਨਮਾਨਿਤ ਕਰਨਾ, ਅਤੇ ਨਾਲ ਕੁਝ ਨਗਦ ਰਾਸ਼ੀ ਜਾਂ ਜ਼ਮੀਨ ਜਾਇਦਾਦ ਆਦਿਕ ਵੀ ਉਹਦੇ ਨਾਂ 'ਤੇ ਕਰ ਦਿੱਤੀ ਜਾਂਦੀ ਸੀ। ਅਤੇ ਬਾਅਦ ਦੇ ਵਿੱਚ ਕੁਝ ਅਮੀਰ ਲੋਕ ਵੀ ਆਪਣੇ ਸੇਵਕਾਂ ਨੂੰ ਜਿਹੜਾ ਵੱਧ ਵਫਾਦਾਰੀ ਨਾਲ ਕੰਮ ਕਰਦਾ ਉਹਨੂੰ ਇਹ ਸਰੋਪਾ ਦੇਣ ਲੱਗ ਪਏ ਨੇ। ਭਾਵ ਹੈ ਸਿਰ ਤੋਂ ਪੈਰਾਂ ਤੀਕ ਪਹਿਨਿਆ ਜਾ ਸਕਣ ਵਾਲਾ ਕੱਪੜਾ, ਅਤੇ ਉਹਨੂੰ ਸਿਰੋਂ ਪਾਓ ਕਹਿੰਦੇ ਨੇ। ਅਤੇ ਇਹ ਸਿਲਸਿਲਾ ਲਗਾਤਾਰ ਅੱਗੇ ਤੋਂ ਅੱਗੇ ਚੱਲਦਾ ਗਿਆ, ਅਤੇ ਆਇਆ ਤਾਂ ਇਸਲਾਮ ਦੇ ਵਿੱਚੋਂ ਹੈ ਇਹ ਸ਼ਬਦ, ਅਤੇ ਸਿੱਖਾਂ ਨੇ ਇਹਨੂੰ ਅਪਣਾ ਲਿਆ ਅਤੇ ਆਪਣੀ ਪਰੰਪਰਾ ਦੇ ਵਿੱਚ ਸ਼ਾਮਲ ਕਰ ਲਿਆ। ਭਾਵ ਕਿ ਜਦੋਂ ਕੋਈ ਚੰਗਾ ਕੰਮ ਕਰਦਾ ਉਹਨੂੰ ਸਰੋਪਾ ਦੇ ਕੇ ਸਨਮਾਨਿਤ ਕਰਨਾ। ਸਿੱਖਾਂ ਦੇ ਵਿੱਚ ਲਿਖਤੀ ਤੌਰ 'ਤੇ ਜੋ ਸਰੋਪੇ ਦੀ ਗੱਲ ਆਉਂਦੀ ਹੈ ਕਿ ਪੀਰ ਬੁੱਧੂ ਸ਼ਾਹ ਨੇ ਸਿੱਖਾਂ ਦੇ ਹੱਕ ਵਿੱਚ ਖੜ੍ਹੇ ਹੋ ਕੇ ਬਹੁਤ ਵੱਡੀ ਕੁਰਬਾਨੀ ਕੀਤੀ, ਬਹਾਦਰੀ ਨਾਲ ਆਪਣੇ ਹੀ ਲੋਕਾਂ ਦੇ ਵਿਰੁੱਧ
ਜਿਹਨੂੰ ਕਿ ਉਹ ਮੁਸਲਮਾਨ ਕੱਟੜ ਸਮਝਦਾ ਸੀ ਤੇ ਆਪ ਇਹ ਸੱਚ ਤੇ ਪਹਿਰਾ ਦੇਣ ਵਾਲਾ ਸੀ। ਪੀਰ ਬੁੱਧੂ ਸ਼ਾਹ ਇਹਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਜੰਗ ਦੇ ਵਿੱਚ ਹਿੱਸਾ ਲਿਆ ਤੇ ਦੁਸ਼ਮਣਾਂ ਨੂੰ ਬਹੁਤ ਸਾਰੀ ਕਰਾਰੀ ਹਾਰ ਦਿੱਤੀ ਗਈ ਤੇ ਇਹਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਪੁੱਤਰ ਉਹ ਲੇਖੇ ਲੱਗ ਗਏ ਅਤੇ ਇਹ ਆਪ ਵੀ ਬਹੁਤ ਇਹਨੇ ਦੁੱਖ ਝੱਲੇ। ਪਰ ਜਦੋਂ ਸਾਰਾ ਜੰਗ ਖਤਮ ਹੋ ਗਿਆ ਉਪਰੰਤ ਗੁਰੂ ਗੋਬਿੰਦ ਸਿੰਘ ਨੇ ਇਹਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ, ਭਾਵ ਕਿ ਆਪਣੇ ਸਿਰ ਦੀ ਅੱਧੀ ਪੱਗ ਇਹਨੂੰ ਦਿੱਤੀ ਤੇ ਆਪਣਾ ਭਰਾ ਜਾਣ ਕੇ ਇਹਦਾ ਮਾਣ ਕੀਤਾ। ਹੁਣ ਇਹ ਤਾਂ ਹੈ ਇੱਥੋਂ ਤੱਕ ਲਿਖਤ ਰੂਪ ਜਿਹੜਾ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਅੱਧੀ ਦਸਤਾਰ ਆਪਣੀ ਇਹਨੂੰ ਬਖਸ਼ਿਸ਼ ਕੀਤੀ ਤੇ ਚਲੋ ਇਹ ਤਾਂ ਬਿਲਕੁਲ ਠੀਕ ਹੈ, ਦੇਣਾ ਵੀ ਬਣਦਾ ਸੀ। ਪਰ ਜਦੋਂ ਅੱਗੇ ਅਸੀਂ ਪਰੰਪਰਾ ਅੱਜ ਦੇ ਹਾਲਾਤ ਦੇ ਵਿੱਚ ਦੇਖਦੇ ਹਾਂ, ਰਾਜਨੀਤਿਕ ਲੋਕ ਪੰਡਾਂ ਦੀਆਂ ਪੰਡਾਂ ਸਰੋਪੇ ਆਪਣੇ ਨਾਲ ਰੱਖਦੇ ਨੇ। ਜਿਹੜਾ ਸਾਡੀ ਪਾਰਟੀ 'ਚ ਨਿਕਲ ਗਿਆ ਪਾ ਦੋ ਗਲ 'ਚ ਸਰੋਪਾ, ਤੇ ਉਹ ਸਰੋਪੇ ਦੇਣ ਵਾਲੇ ਤੇ ਲੈਣ ਵਾਲੇ ਚਲਾ ਕੇ ਉਹ ਮਾਰਦੇ ਨੇ। ਉਹਨਾਂ ਨੇ ਕੰਮ ਕੋਈ ਵੀ ਨਹੀਂ ਕੀਤਾ ਹੁੰਦਾ ਪਰ ਸਰੋਪਿਆਂ ਦੇ ਢੇਰ ਲੱਗ ਜਾਂਦੇ ਨੇ। ਇਹ ਸਰੋਪਾ ਇੱਕ ਬੇਅਦਬੀ ਦਾ ਕਾਰਨ ਬਣ ਗਿਆ ਤੇ ਸਰੋਪਿਆਂ ਦੇ ਵਿੱਚੋਂ ਤਾਂ ਇਕੱਠਾ ਕੱਪੜਾ ਖਰੀਦਣ ਲੱਗੇ, ਕਮਿਸ਼ਨ ਵੀ ਬਹੁਤ ਸਾਰਾ ਖਾ ਲਿਆ ਜਾਂਦਾ ਹੈ। ਤੇ ਇਹ ਪੀਲੇ ਕੱਪੜੇ ਥਾਂ ਥਾਂ 'ਤੇ ਆਪਾਂ ਦੇਖਦੇ ਹਾਂ, ਰੁੱਖਾਂ 'ਤੇ ਬਿਰਖਾਂ 'ਤੇ ਗੱਡੀਆਂ ਮੋਟਰਾਂ 'ਤੇ ਸਾਈਕਲਾਂ 'ਤੇ ਕਾਰਾਂ 'ਤੇ ਪਤਾ ਨਹੀਂ ਕਿਹਦੇ ਝੰਡੇ ਬਣਾ ਕੇ ਵੀ ਲਾਏ ਜਾਂਦੇ ਨੇ, ਆਪਣੇ ਗਲ 'ਚ ਵੀ ਪਾਏ ਜਾਂਦੇ ਨੇ। ਸਰੋਪਾ ਪਾਉਣ ਵਾਲਾ ਆਪਣੇ ਆਪ ਨੂੰ ਸਮਝਦਾ ਕਿ ਮੈਂ ਬਹੁਤ ਵੱਡਾ ਇਨਸਾਨ ਹੋ ਗਿਆ, ਜਦੋਂ ਕਿ ਉਹਨੇ ਕੋਈ ਵੱਡਾ ਸਤਿਕਾਰਯੋਗ ਕਾਰਜ ਕੀਤਾ ਹੀ ਨਹੀਂ ਹੁੰਦਾ, ਕੇਵਲ ਪਰੰਪਰਾ ਬਣ ਕੇ ਰਹਿ ਗਈ ਹੈ। ਤੇ ਅੱਜ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਕੇਵਲ ਰਸਮੀ ਕਾਰਵਾਈਆਂ ਨਾ ਕਰੀਏ। ਅਸਲੀ ਸਰੋਪਾ ਉਹ ਹੈ ਜਿਹੜਾ ਕਿ ਕੋਈ ਵੱਡੇ ਕੰਮ ਕਰਦਾ ਤੇ ਕਿਸੇ ਸਤਿਕਾਰਤ ਹਸਤੀ ਵੱਲੋਂ ਜਾਂ ਸਤਿਕਾਰਤ ਜਥੇਬੰਦੀ ਵੱਲੋਂ ਉਹਨੂੰ ਮਾਣ ਸਨਮਾਨ ਦਿੱਤਾ ਜਾਵੇ ਤੇ ਮਾਣ ਸਨਮਾਨ ਦੇ ਕੇ ਉਹਨੂੰ ਇੱਕੋ ਵਾਰੀ ਭੁੱਲ ਨਾ ਜਾਇਆ ਜਾਵੇ, ਬਲਕਿ ਉਹਦੇ ਕੀਤੇ ਕੰਮਾਂ ਨੂੰ ਯਾਦ ਰੱਖਿਆ ਜਾਵੇ। ਗੁਰਬਾਣੀ 'ਚ ਇਹਦਾ ਜ਼ਿਕਰ ਵੀ ਆਉਂਦਾ 631 ਪੰਨੇ 'ਤੇ, ਪਹਿਰ ਸਰੋਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੈ। ਇਹ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤਾ ਸਰੋਪਾ, ਭਾਵ ਕਿ ਜਿਹੜਾ ਸੇਵਕ ਹੈ ਅਕਾਲ ਪੁਰਖ ਦਾ ਉਹਨੂੰ ਪ੍ਰਮਾਤਮਾ ਆਪ ਕਿਰਪਾ ਰੂਪੀ ਸਰੋਪਾ ਬਖਸ਼ਿਸ਼ ਕਰਦਾ। ਸੋ ਸਰੋਪੇ ਬਾਰੇ ਹੋਰ ਬਹੁਤਾ ਕੁਝ ਨਹੀਂ ਮਿਲਦਾ, ਇਹ ਤਾਂ ਸਨਮਾਨ ਦਾ ਇੱਕ ਚਿੰਨ੍ਹ ਹੈ ਤੇ ਇਸ ਜੇ ਸਨਮਾਨ ਦਾ ਚਿੰਨ੍ਹ ਹੈ ਤੇ ਇਹਦਾ ਸਨਮਾਨ ਕਰਨਾ ਬਣਦਾ, ਇਹਨੂੰ ਘੱਟੇ ਨਹੀਂ ਰੋਲਣਾ ਚਾਹੀਦਾ, ਜਿਵੇਂ ਕਿ ਅੱਜ ਸਾਡੇ ਸਿੱਖਾਂ ਦੇ ਵਿੱਚ ਇਹਦੀ ਦੁਰਗਤ ਹੋ ਗਈ ਹੋਈ ਹੈ। ਸਵਾਲ ਨੰਬਰ 238 ਬੀਬੀ ਬਲਜੀਤ ਕੌਰ ਮੋਹਾਲੀ ਤੋਂ। ਇਹਨਾਂ ਦਾ ਸਵਾਲ ਹੈ ਕਿ ਸੁੱਖੀ ਹੋਈ ਸੁਖਣਾ ਪੂਰੀ ਹੋਣ 'ਤੇ ਸੁੱਖਿਆ ਹੋਇਆ ਦਾਨ ਜਾਂ ਪਾਠ ਅਗਰ ਨਾ ਕਰਾਈਏ ਤਾਂ ਕੀ ਪਾਪ ਲੱਗਦਾ ਹੈ? ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਸਾਡੀ ਮਾਨਸਿਕ ਹਾਲਤ ਇੰਨੀ ਕਮਜ਼ੋਰ ਹੋ ਚੁੱਕੀ ਹੋਈ ਹੈ ਕਿ ਹਰ ਗੱਲ ਤੋਂ ਇਨਸਾਨ ਥਰ-ਥਰ ਕੰਬੀ ਜਾਂਦਾ ਹੈ। ਕੁੱਤਾ ਕੰਨ ਮਾਰ ਦੇਵੇ ਤਾਂ ਡਰ ਲੱਗਦਾ ਹੈ, ਬਿੱਲੀ ਰਸਤਾ ਕੱਟ ਜਾਵੇ ਤਾਂ ਕਾਂਬਾ ਛਿੜਦਾ ਹੈ, ਕੋਈ ਛਿੱਕ ਮਾਰ ਦੇਵੇ ਤਾਂ ਪਸੀਨੇ ਆਉਣ ਲੱਗ ਪੈਂਦੇ ਨੇ, ਪਿੱਛੋਂ ਕੋਈ ਜਾਂਦਿਆਂ ਨੂੰ ਆਵਾਜ਼ ਮਾਰ ਦੇਵੇ ਤਾਂ ਬਹੁਤ ਭੈੜਾ ਲੱਗਦਾ ਹੈ। ਇਸ ਤਰ੍ਹਾਂ ਹਰ ਗੱਲ 'ਤੇ ਇੱਥੋਂ ਤੱਕ ਤੁਰਨ ਲੱਗੇ ਅਸੀਂ ਮੂੰਹ ਮਿੱਠਾ ਨਹੀਂ ਕਰਨਾ। ਦਹੀਂ ਤਾਂ ਮੂੰਹ 'ਚ ਪਾਈ ਜਾ ਸਕਦੀ ਹੈ, ਮਿੱਠਾ ਮੂੰਹ ਨਹੀਂ ਕਰ ਸਕਣਾ। ਇਹਦਾ ਤਾਂ ਅਸਲ ਤਾਂ ਭਾਵ ਇਹ ਸੀ ਕਿ ਮਿੱਠੇ ਦੇ ਨਾਲ ਮੂੰਹ 'ਤੇ ਮੱਖੀਆਂ ਭਿਣਕਦੀਆਂ ਨੇ, ਮੂੰਹ ਤੋਂ ਲਾਲਾਂ ਡਿੱਗਦੀਆਂ ਨੇ, ਕਿਸੇ ਨਾਲ ਗੱਲਬਾਤ ਕਰਨ ਲੱਗੇ ਕੋਈ ਮੁਸ਼ਕਿਲ ਹੁੰਦੀ ਹੈ। ਸੋਚਣਾ ਤਾਂ ਇਸ ਪਾਸੇ ਸੀ ਕਿ ਸਾਫ਼ ਸੁਥਰੇ ਹੋ ਕੇ ਹੱਥ ਮੂੰਹ ਧੋ ਕੇ ਤਿਆਰ ਹੋ ਕੇ ਕੁਰਲੀ ਵਗੈਰਾ ਕਰਕੇ ਬਾਹਰ ਜਾਣਾ ਹੁੰਦਾ, ਪਰ ਇੰਨੇ ਭਰਮ ਖੜੇ ਹੋ ਗਏ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਤੇ ਅਸੀਂ ਕੀ ਕਰ ਰਹੇ ਹਾਂ। ਖੈਰ, ਇੱਥੇ ਸੁੱਖਣਾ ਪਹਿਲੀ ਗੱਲ ਤਾਂ ਸੁੱਖੀ ਹੀ ਕਿਉਂ ਜਾਂਦੀ ਹੈ? ਕੀ ਅਸੀਂ ਰੱਬ ਨਾਲ ਜਾਂ ਆਪਣੇ ਕਿਸੇ ਮਨੌਤ ਨਾਲ, ਗੁਰੂ ਪੀਰ ਨਾਲ ਜਾਂ ਬੜੀਆਂ ਕਬਰਾਂ ਨਾਲ ਕੋਈ ਸ਼ਰਤਾਂ ਲਾਉਣ ਲੱਗੇ ਹਾਂ ਕਿ ਤੁਸੀਂ ਮੇਰਾ ਆਹ ਕੰਮ ਕਰ ਦਿਓ, ਮੈਂ ਤੁਹਾਨੂੰ ਇੰਨਾ ਦਾਨ ਕਰਾਂਗਾ ਤੇ ਇੰਨੇ ਪੈਸਿਆਂ 'ਚ ਤਾਂ ਤੁਸੀਂ ਮੇਰਾ ਕੰਮ ਕਰ ਹੀ ਦਿਓਗੇ ਨਾ? ਤੇ ਇਹ ਸੌਦੇਬਾਜ਼ੀ ਚੱਲਦੀ ਹੈ। ਫਿਰ ਸੋਚ ਕੇ ਦੇਖੋ ਇਹ ਸੌਦੇਬਾਜ਼ੀ ਉੱਪਰ ਕਿੱਥੇ ਜਾਂਦੀ ਹੈ? ਉਹ ਕਿਹੜਾ ਪੀਰ, ਗੁਰੂ ਜਾਂ ਰੱਬ ਉਹ ਕਿੱਥੋਂ ਆ ਕੇ ਤੁਹਾਡੇ ਕੋਲੋਂ ਇਹ ਦਾਨ ਪੁੰਨ ਦੇ ਪੈਸੇ ਜਾਂ ਅੰਨ ਦਾਣਾ ਜਾਂ ਕੱਪੜਾ ਲੀੜਾ ਉਹ ਕਿਵੇਂ ਲੈ ਕੇ ਜਾਂਦਾ ਹੈ? ਜਾਂ ਪੁਜਾਰੀ ਨੂੰ ਕਦੀ ਪੁੱਛੋ ਕਿ ਉੱਪਰ ਜਿੱਥੇ ਤੁਹਾਡਾ ਗੁਰੂ ਪੀਰ ਜਿਹਦੀ ਤੁਸੀਂ ਸੁਖਣਾ ਸੁਖਦੇ ਹੋ ਉਹ ਕਿੱਥੇ ਬੈਠਾ ਤੇ ਇਹ ਸਾਰਾ ਸਮਾਨ ਉਹਦੇ ਕੋਲੇ ਕਿਵੇਂ ਪਹੁੰਚਦਾ ਹੈ? ਇਹਦਾ ਪਹੁੰਚਣ ਦਾ ਤਰੀਕਾ ਕੀ ਹੈ? ਕਿੰਨੇ ਦਿਨਾਂ 'ਚ ਪਹੁੰਚਦਾ ਹੈ? ਤੇ ਪਹੁੰਚਦੀ ਰਸੀਦ ਉੱਪਰੋਂ ਕਿਵੇਂ ਆਉਂਦੀ ਹੈ? ਪਰ ਨਹੀਂ, ਸਾਡੀ ਬੁੱਧੀ ਇੰਨੀ ਬੰਦ ਹੋ ਗਈ ਹੈ, ਇੰਨੀ ਸੋਚਹੀਣ ਅਸੀਂ ਹੋ ਗਏ ਹਾਂ ਕਿ ਜਿਵੇਂ ਪੁਜਾਰੀ ਨੇ ਕਹਿ ਦਿੱਤਾ ਉਸੇ ਤਰ੍ਹਾਂ ਹੀ ਉਹਨੂੰ ਸੱਚ ਮੰਨ ਲੈਂਦੇ ਹਾਂ। ਹੁਣ ਇੱਥੇ ਪਹਿਲੀ ਗੱਲ ਤਾਂ ਸੁਖਣਾ ਸੁੱਖੀ ਹੀ ਕਿਉਂ? ਸੌਦੇਬਾਜ਼ੀ ਹੋ ਗਈ। ਫਿਰ ਜੇ ਸੁੱਖ ਲਈ ਤੇ ਉਹ ਪੂਰੀ ਹੋ ਗਈ ਹੈ
ਜਿਵੇਂ ਕਿ ਮੰਨਿਆ ਜਾਂਦਾ ਹੈ ਤਾਂ ਫਿਰ ਉਹਨੂੰ ਜਿਹੜੀ ਸੁੱਖਣਾ ਦਾ ਸਮਾਨ ਹੈ ਜੇ ਉਹ ਅਰਪਣ ਨਾ ਕੀਤਾ, ਕਈ ਵਾਰੀ ਤਾਂ ਅਖੰਡ ਪਾਠ ਤੱਕ ਵੀ ਸੁੱਖ ਲੈ ਜਾਂਦਾ ਹੈ। ਹੋਰ ਬਹੁਤ ਕੁਝ ਜਿਹੜੇ ਗਰੀਬ ਲੋਕ ਨੇ ਉਹ ਅਖੰਡ ਪਾਠ ਵਗੈਰਾ ਨਹੀਂ ਸੁੱਖਦੇ, ਉਹ ਚਾਲੇ ਜਾਣਾ, ਯਾਤਰਾ ਕਰਨੀ, ਇੰਨੇ ਇਸ਼ਨਾਨ ਕਰਨੇ, ਇੰਨੇ ਦਿਨ ਸਿਮਰਨ ਕਰਨਾ, ਉਹ ਇਹੋ ਜਿਹੀਆਂ ਚੀਜ਼ਾਂ ਸੁੱਖ ਕੇ ਬਹਿ ਜਾਂਦੇ ਨੇ। ਅਸਲ ਦੇ ਵਿੱਚ ਇਹ ਸਾਰਾ ਅਗਿਆਨਤਾ ਜਾਂ ਅੰਧ ਵਿਸ਼ਵਾਸ ਹੈ। ਇਹਦੇ 'ਚ ਕੋਈ ਲੈਣਾ ਦੇਣਾ ਰੱਬ ਦਾ ਜਾਂ ਗੁਰੂ ਦਾ ਨਹੀਂ ਹੈ। ਇਹ ਕੇਵਲ ਪੁਜਾਰੀ ਵੱਲੋਂ ਕੀਤੀ ਗਈ ਜ਼ਬਰਦਸਤ ਲੁੱਟ ਹੈ ਅਤੇ ਅਸੀਂ ਮਾਨਸਿਕ ਤੌਰ 'ਤੇ ਕਮਜ਼ੋਰ ਅਤੇ ਅਗਿਆਨੀ ਹੋਣ ਕਰਕੇ ਇਹ ਸਾਰਾ ਕੁਝ ਕਰੀ ਜਾ ਰਹੇ ਹਾਂ। ਜੇ ਉਹ ਸਾਰਾ ਕੁਝ ਅਸੀਂ ਸ਼ਰਤ ਲਾ ਕੇ ਰੱਬ ਤੋਂ ਲੈ ਲਿਆ ਕਿ ਤੈਨੂੰ ਇੰਨਾ ਦੇਵਾਂਗੇ, ਕਦੀ ਸੋਚ ਕੇ ਦੇਖੋ ਅਖੰਡ ਪਾਠ ਦੇ ਵੱਟੇ ਮੁੰਡਾ ਮਿਲ ਸਕਦਾ ਹੈ? ਅਤੇ ਫਿਰ ਤੇ ਜਿਹੜੇ ਬਹੁਤ ਵੱਡੇ ਵੱਡੇ ਅਮੀਰ ਲੋਕ ਨੇ, ਕਈ ਵਾਰੀ ਉਹਨਾਂ ਦੇ ਘਰ ਪੁੱਤਰ ਨਹੀਂ ਹੁੰਦਾ ਜਾਂ ਹੋਰ ਕੋਈ ਘਟਨਾ ਵਾਪਰ ਜਾਂਦੀ ਹੈ, ਉਹ ਅਖੰਡ ਪਾਠ ਦੇ ਵੱਟੇ ਪੁੱਤਰ ਲੈ ਸਕਦੇ ਨੇ ਜਾਂ ਆਪਣੀ ਵਾਪਰੀ ਘਟਨਾ ਨੂੰ ਦਰੁਸਤ ਕਰਵਾ ਸਕਦੇ ਨੇ? ਕਦੀ ਵੀ ਨਹੀਂ ਹੋ ਸਕੇਗਾ। ਅਤੇ ਫਿਰ ਪਹਿਲੀ ਗੱਲ ਤਾਂ ਸੁੱਖੋ ਨਾ ਕਦੇ ਵੀ ਸੁੱਖਣਾ। ਜਿਹੜਾ ਕੰਮ ਕਰਨਾ ਹੈ ਆਪਣੇ ਦ੍ਰਿੜ ਵਿਸ਼ਵਾਸ ਨਾਲ ਅਤੇ ਸਿਆਣਪ ਨਾਲ ਕਰੋ। ਅਤੇ ਫਿਰ ਜੇ ਤੁਸੀਂ ਕੋਈ ਸੁੱਖ ਹੀ ਲਿਆ ਅਤੇ ਤੁਸੀਂ ਕਰਵਾਉਣਾ ਨਹੀਂ ਚਾਹੁੰਦੇ, ਬਾਅਦ ਦੇ ਵਿੱਚ ਤੁਹਾਨੂੰ ਅਕਲ ਆ ਗਈ ਹੈ, ਫਿਰ ਡਰਨ ਦੀ ਲੋੜ ਨਹੀਂ ਹੈ। ਅਤੇ ਰੱਬ ਕੋਲੇ ਤਾਂ ਬਹੁਤ ਸਮਾਨ ਪਿਆ ਵਾਧੂ ਦਾ, ਉਹਦੇ ਕੋਲੋਂ ਮੁੱਕਣ ਵਾਲਾ ਕੋਈ ਨਹੀਂ ਹੈ। ਉਹਨੇ ਜਿਹੜਾ ਦੇਤਾ ਅਤੇ ਉਹਨੂੰ ਲੈ ਲਓ ਅਤੇ ਸੁੱਖਣਾ ਉਤਾਰਨ ਦੀ, ਖਰਚਾ ਕਰਨ ਦੀ, ਆਪਣਾ ਘਰ ਉਜਾੜਨ ਦੀ ਉੱਕਾ ਹੀ ਲੋੜ ਨਹੀਂ ਹੈ। ਪਾਪ ਪੁੰਨ ਨਾਮ ਦੀ ਕੋਈ ਚੀਜ਼ ਕਿਤੇ ਵੀ ਨਹੀਂ ਹੈ ਅਤੇ ਕਿਸੇ ਨੂੰ ਪਾਪ ਨਹੀਂ ਲੱਗਦਾ। ਕਦੀ ਸੋਚ ਕੇ ਦੇਖੋ, ਸਾਡੇ ਭਾਰਤ ਦੇਸ਼ ਦੇ ਲੋਕ ਏਡੇ ਵੱਡੇ ਦੇਸ਼ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ, ਰਾਜਨੀਤਿਕ ਲੀਡਰ, ਉਹ ਕਿੰਨਾ ਦੁਸ਼ਟ ਕਰਮ ਕਰ ਜਾਂਦੇ ਨੇ। ਜੇ ਉਹਨਾਂ ਨੂੰ ਪਾਪ ਲੱਗਦਾ ਹੋਵੇ, ਇਹ ਪਤਾ ਹੋਵੇ ਉਹਨਾਂ ਨੂੰ ਕਿ ਪਾਪ ਲੱਗ ਸਕਦਾ ਹੈ, ਤਾਂ ਉਹ ਇੰਨੇ ਬੁਰੇ ਕੰਮ ਕਿਉਂ ਕਰਨ? ਇਸੇ ਤਰ੍ਹਾਂ ਹੀ ਪੁਜਾਰੀ ਤਬਕਾ ਜਿਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ, ਅਤੇ ਕਿੰਨੇ ਸਾਰੇ ਪੁਜਾਰੀ ਤਾਂ ਜੇਲ੍ਹਾਂ 'ਚ ਬੈਠੇ ਨੇ, ਅਤੇ ਫਿਰ ਉਹ ਬੁਰੇ ਕੰਮ ਕਿਉਂ ਕਰਨ? ਉਹਨਾਂ ਨੂੰ ਤਾਂ ਖੁਦ ਪਤਾ ਹੋਣਾ ਚਾਹੀਦਾ ਕਿ ਸਾਡਾ ਹਿਸਾਬ ਕਿਤਾਬ ਅੱਗੇ ਹੋ ਜਾਣਾ। ਤਾਂ ਇਹ ਸਾਰਾ ਕੁਝ ਸਾਨੂੰ ਅਗਿਆਨਤਾ ਵਿੱਚ ਡੁੱਬੇ ਲੋਕਾਂ ਨੂੰ ਲੁੱਟਣ ਦੇ ਸਾਧਨ ਨੇ ਕਿ ਤੁਸੀਂ ਸੁੱਖ ਲਈ ਸੀ ਅਤੇ ਹੁਣ ਇਹ 'ਤੇ ਪੂਰੀ ਕਰਨੀ ਪਊਗੀ। ਜੇ ਕਿਤੇ ਕੋਈ ਥੋੜ੍ਹਾ ਬਹੁਤਾ ਦੁੱਖ ਮੁਸੀਬਤ ਤੁਹਾਡੇ 'ਤੇ ਆ ਗਈ ਅਤੇ ਫਿਰ ਤੁਹਾਨੂੰ ਉਹੀ ਵਹਿਮ ਪੈ ਜਾਣਾ ਕਿ ਮੈਂ ਤਾਂ ਸੁੱਖਣਾ ਸੁੱਖੀ ਸੀ, ਉਹ ਪੂਰੀ ਨਹੀਂ ਕੀਤੀ, ਇਸ ਕਰਕੇ ਸਾਡੇ 'ਤੇ ਇਹ ਮੁਸੀਬਤ ਆ ਗਈ, ਇਹ ਪਾਪ ਲੱਗ ਗਿਆ। ਇਹੋ ਜਿਹਾ ਪਾਪ ਪੁੰਨ ਦੇ ਚੱਕਰ ਤੋਂ ਬਚ ਜਾਓ। ਇਹਦੇ 'ਚ ਕੁਛ ਨਹੀਂ ਰੱਖਿਆ। ਪੁਜਾਰੀਆਂ ਨੇ ਡਰਾਇਆ ਹੋਇਆ। ਆਪਣੀ ਸਿਆਣਪ ਅਤੇ ਆਪਣੀ ਮਿਹਨਤ 'ਤੇ ਵਿਸ਼ਵਾਸ ਰੱਖੋ। ਇਹਨਾਂ ਪਾਪਾਂ ਪੁੰਨਾਂ 'ਤੇ, ਸੁੱਖਣਾ ਦੱਛਣਾ 'ਤੇ ਕੋਈ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਹੈ। ਪੁਜਾਰੀ ਨੂੰ ਆਪਣੇ ਦਿਮਾਗ 'ਚੋਂ ਪੂਰੀ ਤਰ੍ਹਾਂ ਕੱਢ ਦਿਓ। ਸਵਾਲ ਨੰਬਰ 239 ਭਾਈ ਸੁਖਦੇਵ ਕੁਮਾਰ ਬੇਦੀ, ਨਵਾਂ ਸ਼ਹਿਰ ਤੋਂ। ਇਹਨਾਂ ਦਾ ਸਵਾਲ ਹੈ, ਪੁਜਾਰੀ ਕਹਿੰਦੇ ਹਨ ਪਰਮਾਤਮਾ ਬੇਅੰਤ ਹੈ, ਦੂਜੇ ਪਾਸੇ ਕਹਿੰਦੇ ਉਹਨਾਂ 84 ਲੱਖ ਜੂਨਾਂ ਬਣਾਈਆਂ ਨੇ, ਅਖੇ 84 ਲੱਖ ਜੂਨਾਂ ਤੋਂ ਬਾਅਦ ਭਗਤੀ ਦਾਨ ਕਰਕੇ ਮੁਕਤੀ ਹਾਸਲ ਹੋ ਸਕਦੀ ਹੈ। ਇਹ ਕੀ ਰੋਲ ਘਚੋਲਾ ਹੈ, ਜਰਾ ਕੁ ਸਪਸ਼ਟ ਕਰੋ। ਗੁਰੂ ਪਿਆਰ ਵਾਲਿਓ, ਜੇ ਅਸੀਂ ਸਮਝਦਾਰ ਹੋ ਗਏ, ਅਕਲਮੰਦ ਹੋ ਗਏ, ਤਾਂ ਪੁਜਾਰੀ ਦਾ ਹਲਵਾ ਮੰਡਾ ਹੀ ਬੰਦ ਨਹੀਂ ਹੋਵੇਗਾ, ਬਲਕਿ ਪੁਜਾਰੀ ਦੀਆਂ ਦੁਕਾਨਾਂ, ਜਿਹਨੂੰ ਅੱਜ ਧਰਮ ਸਥਾਨ ਕਿਹਾ ਜਾਂਦਾ ਹੈ, ਉਹ ਵੀ ਬੰਦ ਹੋ ਜਾਣਗੇ। ਜੇ ਅਸੀਂ ਆਪ ਅਕਲਮੰਦ ਹੋ ਗਏ, ਸਾਨੂੰ ਇੰਨਾ ਪਤਾ ਲੱਗ ਗਿਆ ਕਿ ਆਹ ਮੇਰਾ ਕੀਤਾ ਜਾਣ ਵਾਲਾ ਕੰਮ ਠੀਕ ਹੈ ਕਿ ਗਲਤ ਹੈ, ਇਹਦਾ ਨਤੀਜਾ ਚੰਗਾ ਨਿਕਲੇਗਾ ਕਿ ਮਾੜਾ ਨਿਕਲੇਗਾ, ਮੈਨੂੰ ਆਪਣੇ ਵਪਾਰ 'ਚ ਘਾਟਾ ਪਵੇਗਾ ਕਿ ਮੁਨਾਫਾ ਹੋਵੇਗਾ। ਜਿਹੋ ਜਿਹਾ ਕੰਮ ਕਰਨਾ ਐਕਸਪਰਟ ਬੰਦਿਆਂ ਤੋਂ, ਮਾਹਰ ਬੰਦਿਆਂ ਤੋਂ ਸਿਖਲਾਈ ਲੈਣੀ ਤਾਂ ਆਪਣੀ ਥਾਂ 'ਤੇ ਜਾਇਜ਼ ਹੈ, ਪਰ ਪੁਜਾਰੀਆਂ ਤੋਂ, ਜੋਤਸ਼ੀਆਂ ਤੋਂ, ਪਾਧਿਆਂ ਤੋਂ, ਪੰਡਤਾਂ ਤੋਂ, ਭਾਈਆਂ ਤੋਂ ਪੁੱਛਣਾ ਇਹ ਤਾਂ ਨਿਰਾ ਕੁਰਾਹੇ ਪੈਣ ਵਾਲੀ ਗੱਲ ਹੈ, ਆਪਣੀ ਅਕਲ ਦਾ ਜਨਾਜ਼ਾ ਕੱਢਣ ਵਾਲੀ ਗੱਲ ਹੈ। ਇਹਨਾਂ ਕੋਲੇ ਤੁਹਾਡੇ ਕੰਮਾਂ ਦੀ ਕੋਈ ਮੁਹਾਰਤ ਨਹੀਂ ਹੈ ਕਿ ਇਹ ਸਪਸ਼ਟ ਕਰਕੇ ਤੁਹਾਨੂੰ ਸਹੀ ਮਾਰਗ ਦਰਸ਼ਨ ਕਰਵਾ ਸਕਣ। ਜਿਹਾ ਇਹਨਾਂ ਦੇ ਕੋਲੇ ਕੁਝ ਵੀ ਨਹੀਂ ਹੈ। ਕੇਵਲ ਤੁਹਾਨੂੰ ਭਰਮਾਂ 'ਚ ਪਾ ਕੇ ਇਹ ਲੁੱਟ ਕਰਦੇ ਨੇ। ਰੱਬ ਨੇ 84 ਲੱਖ ਜੂਨਾਂ ਬਣਾਈਆਂ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ, ਪਰ ਇਸਲਾਮ, ਈਸਾਈਅਤ, ਯਹੂਦੀ, ਬੋਧੀ, ਜੈਨੀ 84 ਲੱਖ ਜੂਨਾਂ ਨੂੰ ਨਹੀਂ ਮੰਨਦਾ ਅਤੇ ਕੇਵਲ ਬ੍ਰਾਹਮਣਾਂ ਦੀ ਮਨੌਤ ਹੈ। ਇਹਨਾਂ ਦੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ 84 ਲੱਖ ਦਾ ਜ਼ਿਕਰ ਆ ਗਿਆ ਅਤੇ ਉਹਨੂੰ ਮੁਹਾਵਰੇ ਦੇ ਤੌਰ 'ਤੇ ਗੁਰਬਾਣੀ 'ਚ ਕਈ ਵਾਰੀ ਵਰਤ ਲਿਆ ਗਿਆ, ਪਰ ਗੁਰੂ ਸਾਹਿਬ ਨੇ ਤਾਂ ਕਰੋੜਾਂ ਵੀ ਆਖਿਆ, ਅਸੰਖ ਵੀ ਆਖਿਆ, ਭਾਵ ਕਿ ਗਿਣਤੀ ਹੀ ਨਹੀਂ ਹੋ ਸਕਦੀ ਇਹਨਾਂ ਚੀਜ਼ਾਂ ਦੀ। ਅਤੇ ਫਿਰ 84 ਲੱਖ ਹੀ ਕਿਉਂ ਚਲੀਆਂ ਆਉਂਦੀਆਂ ਨੇ? ਅਤੇ ਬਹੁਤ ਸਾਰੀਆਂ ਨਸਲਾਂ ਧਰਤੀ ਦੇ ਉੱਤੋਂ ਮਿਟ ਗਈਆਂ, ਉਹ 84 ਲੱਖ ਦੇ ਵਿੱਚ ਗਿਣਤੀ 'ਚ ਘਾਟਾ ਕਿਉਂ ਨਹੀਂ ਪਿਆ? ਜਾਂ ਕੋਈ ਨਵੀਆਂ ਨਸਲਾਂ ਪੈਦਾ ਹੁੰਦੀਆਂ ਨੇ ਤਾਂ ਉਦੋਂ ਫਿਰ ਉਹ ਗਿਣਤੀ ਵੱਧ ਕਿਉਂ ਨਹੀਂ ਜਾਂਦੀ?
ਤੇ ਇਹ ਵੀ ਸੋਚ ਕੇ ਵੇਖੋ, ਜਦੋਂ ਉਹ ਗ੍ਰੰਥ ਕਿਤਾਬਾਂ ਪੁਰਾਣੀਆਂ ਲਿਖੀਆਂ ਗਈਆਂ ਨੇ ਬ੍ਰਾਹਮਣਾਂ ਦੀਆਂ, ਉਦੋਂ ਤਾਂ ਇੰਨੀ ਖੋਜ ਹੋਈ ਹੀ ਨਹੀਂ ਸੀ। ਤੇ ਉਦੋਂ ਅਫਰੀਕਾ, ਅਮਰੀਕਾ, ਨਿਊਜ਼ੀਲੈਂਡ, ਕੈਨੇਡਾ ਆਦਿਕ ਦੇਸ਼ ਹਾਲੇ ਨਹੀਂ ਲੱਭੇ ਸੀ। ਤੇ ਉਹਨਾਂ ਦੇ ਵਿੱਚ ਜੋ ਇਨਸਾਨ ਰਹਿੰਦੇ ਨੇ, ਜੋ ਜੀਵ ਜੰਤੂ ਰਹਿੰਦੇ ਨੇ, ਤੇ ਉਹਨਾਂ ਬਾਰੇ ਤਾਂ ਕੁਝ ਵੀ ਨਹੀਂ ਸੀ ਪਤਾ। ਇਸੇ ਤਰ੍ਹਾਂ ਹੀ ਸਮੁੰਦਰ ਦੀ ਕੋਈ ਖੋਜ ਉਹਨਾਂ ਜ਼ਮਾਨਿਆਂ 'ਚ ਨਹੀਂ ਸੀ। ਧਰਤੀ ਦੇ ਅੰਦਰ ਵੀ ਪੁੱਟ ਕੇ ਵੇਖਣ ਦੀ ਜਾਂ ਪਰਖਣ ਦੀ ਕੋਈ ਵਿਧੀ ਸਾਧਨ ਨਹੀਂ ਸੀ। ਉਦੋਂ ਸਾਜੋ ਸਮਾਨ ਮਸ਼ੀਨਰੀ ਨਹੀਂ ਸੀ। ਤੇ ਬ੍ਰਾਹਮਣ ਨੂੰ ਕਿਵੇਂ ਪਤਾ ਲੱਗ ਗਿਆ ਇਹ 84 ਲੱਖ ਹੀ ਨੇ ਜਾਂ ਵੱਧ ਘੱਟ ਨਹੀਂ ਹੈਗੀਆਂ? ਇਹ ਕੇਵਲ ਸਾਨੂੰ ਡਰਾਉਣ ਵਾਸਤੇ ਨੇ, ਤਾਂ ਕਿ ਬੰਦਾ ਡਰਦਾ ਹੋਇਆ ਇਹਨਾਂ ਦਾ ਗੁਲਾਮ ਬਣ ਜਾਵੇ ਤੇ ਜਿਵੇਂ ਬ੍ਰਾਹਮਣ ਆਖੇ ਉਸੇ ਤਰ੍ਹਾਂ ਨੀਵੀਂ ਪਾ ਕੇ ਸਾਰੀ ਉਮਰ ਕੰਮ ਕਰਦਾ ਜਾਵੇ। ਇੱਥੇ ਮੈਂ ਤੁਹਾਡੇ ਸਾਹਮਣੇ ਗੁਰੂ ਅਰਜਨ ਸਾਹਿਬ ਵੱਲੋਂ ਉਚਾਰਨ ਕੀਤਾ ਹੋਇਆ ਇੱਕ ਸ਼ਬਦ ਰੱਖਣ ਲੱਗਿਆ, ਕੇਵਲ ਸੰਖੇਪ ਅਰਥ ਕਰਾਂਗਾ। ਦਾਨ ਦੇ ਕਰ ਪੂਜਾ ਕਰਨਾ। ਆਮ ਇਨਸਾਨ ਦਾਨ ਦਿੰਦਾ ਹੈ, ਪੁਜਾਰੀ ਦੀ ਜਾਂ ਮੂਰਤੀ ਦੀ ਪੂਜਾ ਕਰਦਾ ਹੈ। ਲੈਤ ਦੇਤ ਉਨ ਮੁਕਰ ਪਰਨਾ। ਜਿਹੜਾ ਪੁਜਾਰੀ ਹੈ ਉਹ ਸਾਰਾ ਕੁਝ ਲੈ ਕੇ ਅਹਿਸਾਨਮੰਦ ਨਹੀਂ ਹੁੰਦਾ ਕਿ ਧੰਨਵਾਦ ਹੈ ਤੁਹਾਡਾ। ਉਹ ਮੁੱਕਰ ਜਾਂਦਾ ਹੈ ਕਿ ਇਹ ਤਾਂ ਤੁਹਾਡਾ ਫਰਜ਼ ਹੈ ਦੇਣਾ। ਜੇ ਤੁਸੀਂ ਮੈਨੂੰ ਇਹ ਦਾਨ ਨਾ ਦਿੱਤਾ ਤੁਹਾਡਾ ਪਾਪ ਕਿਵੇਂ ਉਤਰੇਗਾ? ਮੈਂ ਤੁਹਾਡੇ 'ਤੇ ਸਗੋਂ ਆਸਾਨ ਕਰਦਾ, ਮੈਂ ਦਾਨ ਲੈ ਕੇ ਤੁਹਾਡੇ ਪਾਪ ਉਤਾਰ ਰਿਹਾ। ਜੇ ਮੈਂ ਦਾਨ ਨਾ ਲਵਾਂ ਤੁਹਾਡਾ ਪਾਪ ਹੀ ਨਹੀਂ ਉਤਰਨਾ। ਸਗੋਂ ਇਹ ਦਹਿਸ਼ਤ ਪਾ ਕੇ ਉਹ ਦਾਨ ਲੈ ਰਿਹਾ, ਨਾ ਕਿ ਆਪਣੀ ਲੋੜ ਵਾਸਤੇ ਆਖੇ ਕਿ ਭਾਈ ਜੀ ਮੈਨੂੰ ਕਿਰਪਾ ਕਰਕੇ, ਘਰੋਂ ਮੈਂ ਆਰਥਿਕ ਤੌਰ 'ਤੇ ਕਮਜ਼ੋਰ ਹਾਂ, ਇੰਨੀ ਕੁ ਮੇਰੀ ਸਹਾਇਤਾ ਕਰ ਦਿਓ। ਇਸ ਤਰ੍ਹਾਂ ਨਹੀਂ ਕਹਿੰਦਾ। ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ। ਹੇ ਬ੍ਰਾਹਮਣ, ਹੇ ਪੁਜਾਰੀ, ਤੂੰ ਜਿਸ ਰਾਹ 'ਤੇ ਚੱਲਿਆ ਹੋਇਆ ਤਿਤ ਦਰ ਤੂੰ ਹੀ ਹੈ ਪਛਤਾਣਾ। ਤੈਨੂੰ ਪਛਤਾਣਾ ਪਵੇਗਾ। ਇਹ ਸਦਾ ਤੇਰੀ ਠੱਗੀ ਨਹੀਂ ਚੱਲੇਗੀ। ਤੂੰ ਆਪਣੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ। ਐਸੇ ਬ੍ਰਾਹਮਣ ਡੁੱਬੇ ਭਾਈ। ਇਸ ਤਰ੍ਹਾਂ ਦੇ ਪੁਜਾਰੀ ਡੁੱਬ ਜਾਂਦੇ ਨੇ ਤੇ ਆਪ ਵੀ ਡੁੱਬਦੇ ਨੇ, ਆਪਣੇ ਸਮਾਜ ਨੂੰ ਵੀ ਲੈ ਡੁੱਬਦੇ ਨੇ। ਨਿਰਾਪਰਾਧ ਚਿਤਵੈ ਬੁਰਿਆਈ। ਜਿਨ੍ਹਾਂ ਵਿਚਾਰੇ ਭੋਲੇ ਭਾਲੇ ਲੋਕਾਂ ਨੇ ਕੋਈ ਬੁਰਾ ਕੰਮ ਨਹੀਂ ਕੀਤਾ, ਕੋਈ ਪਾਪ ਨਹੀਂ ਕੀਤਾ, ਇਹ ਉਹਨਾਂ ਦਾ ਵੀ ਬੁਰਾ ਸੋਚਦੇ ਨੇ। ਉਹਨਾਂ ਨੂੰ ਝੂਠੇ ਇਲਜ਼ਾਮ ਲਾ ਕੇ ਭਾਵ ਕਿ ਤੇਰੇ ਕੋਲੋਂ ਪਾਪ ਹੋ ਗਿਆ, ਇਹ ਤਾਂ ਗਲਤੀ ਕਰ ਦਿੱਤੀ ਹੈ। ਇਸ ਗਲਤੀ ਦੇ ਕਾਰਨ ਇਸ ਪਾਪ ਨੂੰ ਉਤਾਰਨ ਵਾਸਤੇ ਤੈਨੂੰ ਇੰਨਾ ਸਾਰਾ ਦਾਨ, ਇੰਨੇ ਸਾਰੇ ਮੰਤਰ ਇਹ ਪੜ੍ਹਨੇ ਪੈਣਗੇ, ਦਾਨ ਕਰਨਾ ਪਵੇਗਾ। ਉਹ ਡਰਦਾ ਮਾਰਾ ਵਿਚਾਰਾ ਸਾਰਾ ਕੁਝ ਇਹਨਾਂ ਦੇ ਆਖੇ ਲੱਗ ਕੇ ਕਰਨ ਲੱਗ ਪੈਂਦਾ ਹੈ। ਰਹਾਓ ਅੰਤਰ ਲੋਭ ਫਿਰੈ ਹਲਕਾਏ। ਇਹਨਾਂ ਦੇ ਅੰਦਰ, ਪੁਜਾਰੀ ਤਬਕੇ ਦੇ ਅੰਦਰ ਬਹੁਤ ਲੋਭ ਹੈ, ਮਾਨੋ ਹਲਕੇ ਫਿਰਦੇ ਨੇ। ਇਹ ਕਿਸੇ ਗਰੀਬ ਅਮੀਰ ਨੂੰ ਨਹੀਂ ਦੇਖਦੇ। ਇਹ ਤਾਂ ਬਲਕਿ ਮਰਿਆਂ ਤੋਂ ਵੀ ਦਾਨ ਲੈਂਦੇ ਨੇ। ਨੌਜਵਾਨ ਧੀ ਪੁੱਤਰ ਮਰ ਜਾਵੇ, ਨੂੰਹ ਮਰ ਜਾਵੇ ਤੇ ਕੋਈ ਵੀ ਵੱਡਾ ਨੁਕਸਾਨ ਹੋ ਜਾਵੇ, ਉਦੋਂ ਵੀ ਦਾਨ ਲੈਂਦੇ ਨੇ। ਕੋਈ ਸ਼ਰਮ ਹੈ ਨਹੀਂ ਹੈ। ਮਰਿਆਂ ਤੋਂ ਵੀ ਦਾਨ ਪੁਜਾਰੀ ਤਬਕਾ ਲੈ ਰਿਹਾ ਹੈ। ਅੰਤਰ ਲੋਭ ਫਿਰੈ ਹਲਕਾਏ, ਨਿੰਦਾ ਕਰੈ ਸਿਰ ਭਾਰ ਉਠਾਏ। ਇਹ ਫਿਰ ਵੀ ਦੂਜਿਆਂ ਨੂੰ ਬੁਰਾ ਕਹਿੰਦੇ ਨੇ ਕਿ ਤੁਹਾਡੇ ਸਿਰ ਦੇ ਉੱਤੇ ਬਹੁਤ ਪਾਪਾਂ ਦਾ ਭਾਰ ਹੈ ਭਾਈ, ਇਹਨੂੰ ਉਤਾਰਨ ਵਾਸਤੇ ਤੁਹਾਨੂੰ ਦਾਨ ਕਰਨਾ ਹੀ ਪਵੇਗਾ। ਮਾਇਆ ਮੂਠਾ ਚੇਤਾ ਨਾਹੀਂ। ਮਾਇਆ 'ਚ ਅੰਨਾ ਹੋਇਆ ਪੁਜਾਰੀ ਤਬਕਾ ਸੋਚਦਾ ਹੀ ਨਹੀਂ। ਭਰਮੇ ਭੂਲਾ ਬਹੁਤੀ ਰਾਹੀਂ। ਇਹ ਆਪ ਤਾਂ ਭਰਮਾਂ 'ਚ ਪਿਆ ਹੋਇਆ ਹੀ ਹੈ, ਕਿਉਂਕਿ ਸੱਚਾਈ ਦੇ ਮਾਰਗ 'ਤੇ ਚੱਲਦਾ ਨਹੀਂ ਹੈ। ਤੇ ਫਿਰ ਇਹ ਦੂਜਿਆਂ ਨੂੰ ਵੀ, ਆਪਣੇ ਸੇਵਕਾਂ ਨੂੰ ਵੀ ਭਰਮਾਂ 'ਚ ਪਾਉਂਦਾ ਹੈ। ਬਾਹਰ ਭੇਖ ਕਰੈ ਘਨੇਰੇ। ਇਹ ਬਾਹਰ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਪਹਿਰਾਵੇ ਬਹੁਤ ਪਾਉਂਦਾ ਹੈ, ਪਰ ਅੰਤਰ ਵਿਖਿਆ ਉਤਰੀ ਘੇਰੇ। ਅੰਦਰ ਇਹਦੇ ਜ਼ਹਿਰ ਭਰਿਆ ਹੋਇਆ। ਦੂਜੇ ਦਾ ਨੁਕਸਾਨ ਕਰਨਾ, ਕੁਰਾਹੇ ਪਾਉਣਾ, ਲੁੱਟ ਕੇ ਖਾਣਾ, ਹਰ ਗਲਤ ਤੋਂ ਗਲਤ ਤਰੀਕਾ ਇਹਨੇ ਵਰਤ ਕੇ ਲੋਕਾਂ ਨੂੰ ਲੁੱਟ ਲੈਣਾ। ਇਹ ਅੰਦਰ ਇਹਦੇ ਸਾਰਾ ਕੁਝ ਭਰਿਆ ਪਿਆ। ਅਵਰ ਉਪਦੇਸੈ ਆਪ ਨਾ ਬੁੱਝੈ। ਹੋਰਨਾਂ ਨੂੰ ਤੇ ਬੜੇ ਉਪਦੇਸ਼ ਕਰਦਾ, ਪਰ ਆਪਣੇ ਆਪ ਤੇ ਉਹਨੂੰ ਕਦੀ ਲਾਗੂ ਨਹੀਂ ਕਰਦਾ। ਕਦੀ ਪੁਜਾਰੀ ਆਪ ਦਾਨ ਨਹੀਂ ਕਰਦਾ, ਕਦੀ ਇਸ ਤਰ੍ਹਾਂ ਦੀ ਪੂਜਾ ਨਹੀਂ ਕਰਦਾ। ਜਿਹੜੇ ਰਾਹ ਤੇ ਲੋਕਾਂ ਨੂੰ ਤੋਰਦਾ ਉਸ ਤਰ੍ਹਾਂ ਦੇ ਕੰਮ ਆਪ ਕਦੀ ਨਹੀਂ ਕਰਦਾ। ਐਸਾ ਬ੍ਰਾਹਮਣ ਕਹੀਂ ਨਾ ਸੀਜੈ। ਇਹੋ ਜਿਹਾ ਬ੍ਰਾਹਮਣ ਕਿਤੇ ਵੀ ਪ੍ਰਵਾਨ ਨਹੀਂ ਹੋਵੇਗਾ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹੇ ਬ੍ਰਾਹਮਣ, ਲੋਕੀ ਤਾਂ ਤੈਨੂੰ ਪੰਡਤ ਕਹਿੰਦੇ ਨੇ, ਪੰਡਤ ਮੈਨੇ ਵਿਦਵਾਨ, ਪਰ ਤੂੰ ਤਾਂ ਮੂਰਖ ਨਿਕਲਿਆ। ਤੂੰ ਪ੍ਰਭੂ ਪਰਮਾਤਮਾ ਨੂੰ ਤੇ ਯਾਦ ਹੀ ਨਹੀਂ ਕੀਤਾ, ਨਾ ਲੋਕਾਂ ਨੂੰ ਉਸ ਪਾਸੇ ਜੋੜਿਆ। ਦੇਖਤ ਸੁਣਤ ਤੇਰੇ ਹੈ ਨਾਲ। ਉਹ ਰੱਬ ਤਾਂ ਤੇਰੇ ਅੰਦਰ ਹੈ, ਇੱਥੇ ਧਰਤੀ ਦੇ ਉੱਤੇ ਹੀ ਹੈ, ਜੀਵਾਂ ਦੇ ਵਿੱਚ ਵੱਸਦਾ ਹੈ। ਤੂੰ ਕਿਹਨੂੰ ਦਾਨ ਪੁੰਨ ਭੇਜੀ ਜਾ ਰਿਹਾ? ਅਸਲ ਦੇ ਵਿੱਚ ਤੂੰ ਆਪ ਆਪਣੇ ਢਿੱਡ ਪੂਰਤੀ ਵਾਸਤੇ ਸਾਰਾ ਕੁਝ ਕਰ ਰਿਹਾ ਹੈ, ਉੱਪਰ ਕਿਤੇ ਨਹੀਂ ਜਾਂਦਾ। ਕਹੋ ਨਾਨਕ ਜੇ ਹੋ ਵੀ ਭਾਗ। ਜੇ ਤੇਰੀ ਕਿਸਮਤ ਚੰਗੀ ਹੋਵੇ, ਤੂੰ ਚੰਗਾ ਇਨਸਾਨ ਹੋਵੇਂ,
ਮਾਨ ਛੋੜ ਗੁਰ ਚਰਣੀ ਲਾਗ। ਆਪਣਾ ਹੰਕਾਰ ਛੱਡ ਦੇ ਕਿ ਮੈਂ ਵੱਡਾ ਪੁਜਾਰੀ ਹਾਂ, ਮੈਂ ਉੱਚੀ ਜਾਤ ਵਾਲਾ ਹਾਂ, ਮੈਂ ਤੁਹਾਨੂੰ ਸਵਰਗ ਦੀ ਟਿਕਟ ਦਿਆਂਗਾ। ਇਹ ਹੰਕਾਰ ਛੱਡ ਦੇ, ਤੂੰ ਗੁਰੂ ਗਿਆਨ ਦੀ ਗੱਲ ਦੇ ਰਾਹ ਪੈ ਜਾ, ਆਪ ਗਿਆਨਵਾਨ ਬਣ ਜਾ ਤੇ ਲੋਕਾਂ ਨੂੰ ਗਿਆਨਵਾਨ ਬਣਾ ਦੇ। ਤੇ ਬਸ ਇਸੇ ਤਰ੍ਹਾਂ ਇਹ 84 ਆਦਿਕ ਸਾਡੀ ਕੱਟੀ ਜਾਣੀ ਹੈ। ਜੇ ਗਿਆਨਵਾਨ ਬਣ ਜਾਵਾਂਗੇ ਤੇ ਸਾਰੀਆਂ 84 ਵਗੈਰਾ ਬਿਲਕੁਲ ਜ਼ੀਰੋ ਹੋ ਜਾਣਗੀਆਂ, ਜਦੋਂ ਅਸੀਂ ਅੰਦਰ ਹਿੰਮਤ ਹੌਸਲਾ ਭਰ ਲਿਆ ਅਤੇ ਸਾਡੇ ਅੰਦਰ ਸਿਆਣਪ ਆ ਗਈ। ਸਵਾਲ ਨੰਬਰ 240 ਭਾਈ ਸੁਖਵਿੰਦਰ ਸਿੰਘ USA ਤੋਂ ਪੁੱਛਦੇ ਨੇ, ਰੋਪੜ ਨੇੜੇ ਗੁਰਦੁਆਰਾ ਭੱਠਾ ਸਾਹਿਬ ਹੈ, ਉੱਥੇ ਘੋੜੇ ਦੇ ਪੌੜਾਂ ਦੇ ਨਿਸ਼ਾਨ ਵੀ ਹੈਗੇ ਨੇ। ਅਖੇ ਭੱਠਾ ਠੰਡਾ ਹੋ ਗਿਆ, ਕੀ ਇਹ ਸੱਚ ਹੈ? ਗੁਰੂ ਪਿਆਰ ਵਾਲਿਓ, ਕਦੀ ਸੋਚ ਕੇ ਵੇਖੋ, ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਤਾਂ ਇੰਨੀ ਨਹੀਂ ਵਿਖਾਈ ਗਈ, ਇੱਥੇ ਘੋੜੇ ਦੀ ਅਜ਼ਮਤ ਬਹੁਤ ਦਿਖਾ ਦਿੱਤੀ ਹੈ ਕਿ ਭਾਵ ਘੋੜਾ ਇੰਨਾ ਕਰਾਮਾਤੀ ਸੀ, ਘੋੜੇ ਦੇ ਪੈਰ ਛੂਹਣ ਦੇ ਨਾਲ ਹੀ ਭੱਠਾ ਠੰਡਾ ਹੋ ਗਿਆ। ਫਿਰ ਜਿਹੜੀ ਹਕੂਮਤ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਇੰਨਾ ਲੰਮਾ ਸਮਾਂ ਤੱਕ ਜੰਗ ਲੱਗੀ ਰਹੀ, ਉਹ ਹਾਕਮ ਸੀ ਜਿਹੜੇ, ਉਹਨਾਂ ਦਾ ਦਿਮਾਗ ਸੈੱਟ ਕਿਉਂ ਨਾ ਹੋ ਗਿਆ? ਉਹਨਾਂ ਦੇ ਅੰਦਰੋਂ ਜੰਗ ਦਾ ਜਿਹੜਾ ਜਜ਼ਬਾ ਸੀ ਉਹ ਕਿਉਂ ਖਤਮ ਨਾ ਕੀਤਾ ਗਿਆ? ਤੇ ਜੇ ਘੋੜੇ ਦੇ ਰਾਹੀਂ ਸਾਰੇ ਕੰਮ ਹੋ ਜਾਂਦੇ ਨੇ ਤੇ ਗੁਰੂ ਸਾਹਿਬ ਨੂੰ ਆਪ ਖੇਚਲ ਕਰਨ ਦੀ ਕੀ ਲੋੜ ਪਈ ਸੀ? ਇਹਨਾਂ ਕਹਾਣੀਆਂ ਦੇ ਨਾਲ ਸਾਨੂੰ ਕੇਵਲ ਤੇ ਕੇਵਲ ਗੁੰਮਰਾਹ ਕੀਤਾ ਗਿਆ, ਕੁਰਾਹੇ ਪਾਇਆ ਗਿਆ। ਗੁਰੂ ਸਾਹਿਬ ਦੀ ਉੱਤਮ ਉਪਦੇਸ਼ ਉਹ ਪਾਸੇ ਰਹਿ ਗਏ ਤੇ ਅਜਿਹੀਆਂ ਕਰਾਮਾਤੀ ਕਹਾਣੀਆਂ ਦੇ ਨਾਲ ਸਾਨੂੰ ਜੋੜ ਕੇ ਨਾ ਸਮਝ ਬਣਾ ਦਿੱਤਾ ਗਿਆ ਤੇ ਇਹਨਾਂ ਨੂੰ ਸੱਚ ਮੰਨ ਕੇ ਅਸੀਂ ਤਰ੍ਹਾਂ ਤਰ੍ਹਾਂ ਦੀ ਪੂਜਾ ਵਿਧੀਆਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ। ਤੇ ਇੱਥੇ ਤਾਂ ਗੁਰਦੁਆਰੇ ਅਜਿਹੇ ਬਣੇ ਹੋਏ ਨੇ ਤੇ ਗੁਰੂ ਸਾਹਿਬ ਨੇ ਇੱਥੇ ਦਾਤਣ ਕਰਕੇ ਤੀਲਾ ਸੁੱਟ ਦਿੱਤਾ, ਲੱਕੜੀ ਸੁੱਟ ਦਿੱਤੀ, ਜਿਹਨੂੰ ਆਪਾਂ ਦਾਤਣ ਦਾ ਬਚਿਆ ਹਿੱਸਾ ਕਹਿ ਦਿੰਦੇ ਹਾਂ। ਉੱਥੇ ਗੁਰਦੁਆਰਾ ਟਾਹਲੀ ਸਾਹਿਬ ਹੋ ਗਿਆ, ਇੱਥੇ ਗੁਰਦੁਆਰਾ ਫਲਾਈ ਸਾਹਿਬ ਹੋ ਗਿਆ। ਰੁੱਖਾਂ ਦੇ ਨਾਮ ਤੇ ਗੁਰਦੁਆਰੇ ਬਣੇ ਪਏ ਨੇ, ਹੋਰ ਵੀ ਅਪਮਾਨਜਨਕ ਨਾਮਾਂ ਵਾਲੇ ਗੁਰਦੁਆਰੇ ਬਣੇ ਹੋਏ ਨੇ ਤੇ ਉਹ ਗੁਰੂ ਨਾਲ ਜੋੜ ਦਿੱਤੇ ਗਏ ਨੇ। ਗੁਰੂ ਦਾ ਆਪਣਾ ਨਾਮ ਪਾਸੇ ਰਹਿ ਗਿਆ, ਰੁੱਖਾਂ ਬਿਰਖਾਂ ਪਸ਼ੂਆਂ ਪੰਛੀਆਂ ਦੇ ਨਾਮ ਅੱਗੇ ਆ ਗਏ ਨੇ। ਭੱਠਾ ਸਾਹਿਬ ਜਿਹੜਾ ਗੁਰਦੁਆਰਾ ਕਿਹਾ ਜਾਂਦਾ ਹੈ, ਇੱਥੇ ਕੋਈ ਘੋੜੇ ਦੇ ਪੌੜ ਉਦੋਂ ਦੇ ਅੱਜ ਤੱਕ ਲੱਗੇ ਹੋਏ ਨਹੀਂ ਰਹਿ ਸਕਦੇ। ਇਹ ਪੁਜਾਰੀ ਤਬਕੇ ਦੀ ਲੁੱਟ ਦੇ ਢੰਗ ਨੇ ਤੇ ਘੋੜੇ ਦੇ ਪੈਰਾਂ ਨਾਲ ਕੋਈ ਭੱਠਾ ਬਲਦਾ ਹੋਇਆ ਅਗਨੀ ਠੰਡੀ ਨਹੀਂ ਹੁੰਦੀ, ਇਹ ਝੂਠ ਵੱਢਿਆ ਗਿਆ ਹੈ। ਤੇ ਅੱਜ ਤੱਕ ਅਸੀਂ ਨਾ ਸਮਝ ਲੋਕ ਇਹਨਾਂ ਗੱਲਾਂ ਨੂੰ ਸੱਚ ਮੰਨੀ ਜਾ ਰਹੇ ਹਾਂ। ਆਪਾਂ ਤਾਂ ਗੁਰੂ ਨਾਨਕ ਸਾਹਿਬ ਤੋਂ ਹੀ ਕਰਾਮਾਤਾਂ ਸ਼ੁਰੂ ਹੋ ਗਈਆਂ, 10ਵੇਂ ਪਾਤਸ਼ਾਹ ਦੇ ਤੱਕ ਤਾਂ ਆਮ ਚੱਲੀਆਂ ਕਰਾਮਾਤਾਂ। ਅੱਜ ਤੱਕ ਵੀ ਸਾਧ ਸੰਤਾਂ ਦੇ ਨਾਮਾਂ ਨਾਲ ਕਰਾਮਾਤੀ ਕਹਾਣੀਆਂ ਜੁੜੀਆਂ ਹੋਈਆਂ ਨੇ ਤੇ ਹਰੇਕ ਸਾਧ ਦੇ ਨਾਲ ਉਹਦੇ ਚੇਲੇ ਕਰਾਮਾਤੀ ਕਹਾਣੀਆਂ ਸਟੇਜਾਂ 'ਤੇ ਸੁਣਾਉਂਦੇ ਨੇ ਕਿ ਬਾਬਾ ਜੀ ਨੇ ਆਹ ਕੀਤਾ ਤੇ ਬਾਬੇ ਨੇ ਉਹ ਕੀਤਾ, ਤੇ ਉਹ ਕਹਾਣੀਆਂ ਲੋਕੀ ਨੀਵੀਂ ਪਾ ਕੇ ਰੋਜ਼ਾਨਾ ਸੁਣੀ ਜਾਂਦੇ ਨੇ। ਇਹ ਜਿਹੜਾ ਗੁਰਦੁਆਰਾ ਹੈ, ਇਹ ਪਹਿਲੀ ਵਾਰੀ 1910 ਦੇ ਵਿੱਚ ਇੱਥੇ ਬਣਾਇਆ ਗਿਆ। ਉਦੋਂ ਪਹਿਲਾਂ ਕੋਈ ਬਹੁਤੀ ਵਧੀਆ ਇਮਾਰਤ ਇੱਥੇ ਨਹੀਂ ਸੀ ਤੇ ਪਰੰਪਰਾ ਚੱਲ ਰਹੀ ਸੀ ਕਿ ਕੋਟਲਾ ਨਿਹੰਗ ਖਾਂ ਦਾ ਗੁਰੂ ਘਰ ਦਾ ਸੇਵਕ ਮੁਸਲਮਾਨ ਸੀ ਤੇ ਉਹਦਾ ਇਹ ਭੱਠਾ ਸੀ। ਗੁਰੂ ਸਾਹਿਬ ਉਹਦੇ ਕੋਲੇ ਮਿਲਣ ਵਾਸਤੇ ਆਏ ਸੀ ਤੇ ਇੱਥੇ ਉਹਨਾਂ ਨੇ ਹੋ ਸਕਦਾ ਹੈ ਗਰਮੈਸ਼ ਦੇ ਵਿੱਚ ਭੱਠੇ ਦੇ ਕੋਲੇ ਰਾਤ ਕੱਟੀ ਹੋਵੇ, ਪਰ ਘੋੜੇ ਦੇ ਪੌੜਾਂ ਨਾਲ ਠੰਡੇ ਹੋਣ ਵਾਲੀ ਗੱਲ ਨਰੋਲ ਝੂਠ ਹੈ, ਇਹਦੀ ਕੋਈ ਸੱਚਾਈ ਨਹੀਂ ਹੈ। ਤੋ ਇਸ ਤਰ੍ਹਾਂ ਤਾਂ ਔਰੰਗਜ਼ੇਬ ਨੂੰ ਗੁਰੂ ਸਾਹਿਬ ਠੰਡਾ ਨਹੀਂ ਕਰ ਸਕੇ, ਜਹਾਂਗੀਰ ਨੂੰ ਠੰਡਾ ਨਹੀਂ ਕਰ ਸਕੇ, ਵਜ਼ੀਰ ਖਾਨ ਨੂੰ ਆਪਣੀ ਸ਼ਕਤੀ ਵਰਤ ਕੇ ਠੰਡਾ ਠਾਰ ਨਹੀਂ ਕਰ ਸਕੇ। ਤੇ ਅੱਜ ਤੱਕ ਵੀ ਸਾਡੇ ਅੰਦਰ ਕੀ ਕੁਝ ਵਾਪਰ ਰਿਹਾ ਹੈ। ਸਰਕਾਰਾਂ ਕਦੀ ਜ਼ੁਲਮ ਕਰਦੀਆਂ ਨੇ, ਕਦੀ ਕੋਈ ਵਿਰੋਧੀ ਸਿੱਖਾਂ ਦੇ ਉੱਤੇ ਅਤਿਆਚਾਰ ਕਰਦਾ ਹੈ ਤੇ ਆਪਣੀ ਕਰਾਮਾਤੀ ਸ਼ਕਤੀ ਨਾਲ ਜਿਹੜੇ ਨਾਮ ਰਸੀਏ ਅੱਜ ਅਖਵਾਉਂਦੇ ਨੇ ਉਹ ਉਹਨਾਂ ਨੂੰ ਠੰਡੇ ਕਰ ਦੇਣ, ਸਿੱਖਾਂ ਦੇ ਹੱਕ 'ਚ ਭੁਗਤਾ ਦੇਣ, ਸਿੱਖਾਂ ਦੀਆਂ ਮੁਸ਼ਕਲਾਂ ਮੰਗਾਂ ਇਹ ਪੂਰੀਆਂ ਕਰਵਾ ਦੇਣ, ਮੁਸ਼ਕਲਾਂ ਦੂਰ ਕਰ ਦੇਣ, ਪਰ ਅਜਿਹਾ ਕੁਝ ਵੀ ਨਹੀਂ ਹੁੰਦਾ। ਇਹ ਕਹਾਣੀਆਂ ਕੇਵਲ ਪੁਜਾਰੀ ਤਬਕੇ ਵੱਲੋਂ ਝੂਠੀਆਂ ਫੈਲਾਈਆਂ ਗਈਆਂ ਹੁੰਦੀਆਂ ਨੇ। ਇਹਨਾਂ ਦੀ ਅਸਲੀਅਤ ਦਾ ਰਾਈ ਮਾਤਰ ਵੀ ਸੱਚਾਈ ਇਹਨਾਂ ਦੇ ਵਿੱਚ ਨਹੀਂ ਹੈ। ਤੋ ਇਹਨਾਂ ਗੱਲਾਂ ਤੋਂ ਸਾਵਧਾਨ ਰਹਿਣਾ ਹੈ। ਅਸੀਂ ਭੱਠਿਆਂ ਦੇ ਪੁਜਾਰੀ ਨਹੀਂ ਹਾਂ, ਅਸੀਂ ਪੁਜਾਰੀ ਤਾਂ ਰੱਬ ਦੇ ਵੀ ਨਹੀਂ ਹਾਂ, ਅਸੀਂ ਪੁਜਾਰੀ ਤਾਂ ਗੁਰੂ ਦੇ ਵੀ ਨਹੀਂ ਹਾਂ, ਬਲਕਿ ਗੁਰੂ ਸਾਹਿਬ ਨੇ ਸਾਨੂੰ ਗਿਆਨਵਾਨ ਵਿਦਵਾਨ ਬਣਾਇਆ, ਸਿਆਣੇ ਬਣਾਇਆ ਤੇ ਜ਼ਿੰਦਗੀ ਚੰਗੀ ਜਿਉਣ ਦੇ ਢੰਗ ਤਰੀਕੇ ਸਿਖਾਏ ਨੇ। ਇੱਥੇ ਹੀ ਨੇੜੇ ਭੱਠਾ ਸਾਹਿਬ ਤੋਂ ਥੋੜ੍ਹੀ ਦੂਰ ਗੁਰਦੁਆਰਾ ਹੈ ਪਰਿਵਾਰ ਵਿਛੋੜਾ। ਇੱਕ ਸਾਧ ਨੇ ਉੱਥੇ ਪਰਿਵਾਰ ਵਿਛੋੜਾ ਜਿੱਥੇ ਹੋਇਆ, ਉਸ ਦੁਖਦਾਈ ਥਾਂ ਦੇ ਉੱਤੇ ਵੀ ਗੁਰਦੁਆਰਾ ਪੂਜਾ ਦਾ ਅਸਥਾਨ ਬਣਾ ਲਿਆ ਤੇ ਉਹਨੇ ਇਹ ਵੀ ਉੱਥੇ ਕਹਾਣੀ ਘੜ ਲਈ ਹੈ ਕਿ ਇੱਥੇ ਛੱਤ ਦੇ ਉੱਤੇ ਜਦੋਂ ਲੈਂਟਰ ਪਿਆ ਗੁਰਦੁਆਰੇ ਦਾ ਤਾਂ
ਸਾਹਿਬਜ਼ਾਦੇ ਇੱਥੇ ਆਏ ਤੇ ਸਾਹਿਬਜ਼ਾਦਿਆਂ ਦੇ ਪੈਰਾਂ ਦੇ ਇਹ ਨਿਸ਼ਾਨ ਇੱਥੇ ਪਏ ਨੇ। ਹੁਣ ਹੈਰਾਨੀ ਹੁੰਦੀ ਹੈ, ਉਹ ਸ਼ਰੇਆਮ ਬ੍ਰਹਮ ਗਿਆਨੀ 108 ਸਾਧ ਕਹਿ ਰਿਹਾ ਪਰਿਵਾਰ ਵਿਛੋੜੇ ਵਾਲਾ ਤੇ ਉਹਦੇ ਚੇਲੇ ਕਿ ਇਹ ਸਾਹਿਬਜ਼ਾਦਿਆਂ ਦੀਆਂ ਪੈੜਾਂ ਨੇ। ਹੁਣ ਸਾਹਿਬਜ਼ਾਦੇ ਕਿਹੜੇ ਹੈਲੀਕਾਪਟਰ 'ਚ ਆਏ ਸੀ ਤੇ ਉਹ ਨੰਗੇ ਪੈਰੀ ਹੀ ਕਿਉਂ ਆਏ, ਜੁੱਤੀ ਪਾ ਕੇ ਕਿਉਂ ਨਹੀਂ ਆਏ? ਫਿਰ ਇਕੱਲੇ ਸਾਧ ਨੂੰ ਕਿਉਂ ਨਜ਼ਰ ਆਏ, ਹੋਰ ਕਿਸੇ ਨੂੰ ਕਿਉਂ ਨਹੀਂ ਦਿਸੇ? ਜਦੋਂ ਉਹ ਸ਼ਹੀਦ ਹੋ ਚੁੱਕੇ ਸਨ ਤੇ ਮੁੜ ਕੇ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਲੋਕੀ ਉਹਨਾਂ ਪੈਰਾਂ ਦੀਆਂ ਪੈੜਾਂ ਨੂੰ ਵੀ ਮੱਥੇ ਟੇਕ ਰਹੇ ਨੇ ਤੇ ਪੈਸੇ ਰੱਖ ਰਹੇ ਨੇ। ਇਸ ਦੇ ਨਾਮ ਤੇ ਉਹ ਸਾਧ ਦੀ ਵੱਡੀ ਦੁਕਾਨ ਚੱਲ ਰਹੀ ਹੈ। ਤੇ ਗੁਰੂ ਪਿਆਰ ਵਾਲਿਓ, ਇਹਨਾਂ ਚੀਜ਼ਾਂ ਤੋਂ ਸਾਵਧਾਨ ਹੋਣਾ ਹੈ। ਗੁਰੂ ਸਾਹਿਬ ਦੀਆਂ, ਸਿੱਖਾਂ ਦੀਆਂ, ਸਾਹਿਬਜ਼ਾਦਿਆਂ ਦੀਆਂ ਕੀਤੀਆਂ ਪ੍ਰਾਪਤੀਆਂ ਆਪਾਂ ਨੂੰ ਭੁੱਲ ਗਈਆਂ। ਅਸੀਂ ਗੁਰਦੁਆਰਾ ਤਿੱਤਰ ਸਾਹਿਬ, ਬਟੇਰਾ ਸਾਹਿਬ, ਘੋੜਾ ਸਾਹਿਬ, ਭੱਠਾ ਸਾਹਿਬ ਤੇ ਖਰਗੋਸ਼ ਸਾਹਾ ਸਾਹਿਬ ਇਹਨਾਂ 'ਚ ਉਲਝ ਕੇ ਰਹਿ ਗਏ। ਇਤਨੇ ਕੁ ਵਚਨ ਪ੍ਰਵਾਨ ਕਰਨੇ ਤੇ ਇੱਥੇ ਅੱਜ ਐਪੀਸੋਡ ਨੰਬਰ 23 ਸਮਾਪਤ ਹੋ ਰਿਹਾ। ਇਹਦੇ ਵਿੱਚ 10 ਸਵਾਲਾਂ ਦੇ ਜਵਾਬ ਦਿੱਤੇ ਗਏ ਨੇ। ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਉਤਸ਼ਾਹ ਨਾਲ ਇਹਨਾਂ ਨੂੰ ਸੁਣਦੇ, ਪੜ੍ਹਦੇ, ਸਮਝਦੇ ਰਹੋਗੇ ਅਤੇ ਜੋ ਕਿਤੇ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਉਪਰਾਲਾ ਕਰਦੇ ਰਹੋਗੇ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਨੌਜਵਾਨੋ, ਗੁਰਸਿੱਖੋ, ਵੀਰੋ ਭੈਣੋ, ਤਤ ਗੁਰਮਤਿ ਗਿਆਨ ਟੀਵੀ ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਤੁਸੀਂ ਆਪਣੇ ਸਵਾਲ ਲਿਖ ਕੇ ਜਾਂ ਬੋਲ ਕੇ WhatsApp ਨੰਬਰ ਤੇ ਭੇਜ ਸਕਦੇ ਹੋ ਤੇ ਉਹ ਨੰਬਰ ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ। ਤੁਸੀਂ ਪੜ੍ਹ ਕੇ ਉਸ ਨੰਬਰ ਤੇ ਸੰਖੇਪ ਸਵਾਲ ਭੇਜਣੇ ਨੇ, ਚਾਹੇ ਬੋਲ ਕੇ ਚਾਹੇ ਲਿਖ ਕੇ, ਤੇ ਉਹਨਾਂ ਦੇ ਜਵਾਬ ਸਮੇਂ-ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ। ਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ, ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ